का खालसा वाहिगुरु जी की फतेह। ਤੇ ਅੱਜ ਦਾ ਸੈਸ਼ਨ ਜੀ ਮੈਂ ਜਦੋਂ ਇਹ ਇਨਵਾਈਟ ਬਣਾ ਰਿਹਾ ਸੀ ਤੇ ਮੈਂ ਦੇਖ ਰਿਹਾ ਸੀ ਕਿ ਸੁਰਨਜੀਤ ਜੀ ਨੇ ਲਾਸਟ ਜਦੋਂ ਸਾਡਾ ਸੈਸ਼ਨ ਕੰਡਕਟ ਕੀਤਾ ਸੀ ਤੇ ਉਹ 200 ਕਲਾਸ ਸੀਗੀ ਤੇ ਅੱਜ 225ਵੀਂ ਕਲਾਸ ਹੈਗੀ ਹੈ। ਤੇ ਅਸੀਂ ਬੇਨਤੀ ਜ਼ਰੂਰ ਕਰਾਂਗੇ ਜੀ ਕਿ ਇੰਨਾ ਲੰਬਾ ਗੈਪ ਨਾ ਪਵੇ ਤੇ ਵਿੱਚ ਅਸੀਂ ਜ਼ਰੂਰ ਸੰਗਤਾਂ ਨੂੰ ਕੁਛ ਨਾ ਕੁਛ ਗੁਰਬਾਣੀ ਵਿਚਾਰ ਸਾਂਝ ਜ਼ਰੂਰ ਦਿਆ ਕਰੀਏ ਜੀ ਆਫਟਰ ਵੈਰੀ ਸ਼ਾਰਟ ਇੰਟਰਵਲ। ਤੇ ਅੱਜ ਦਾ ਜਿਹੜਾ ਸੈਸ਼ਨ ਹੈ ਟੌਪਿਕ ਨਿਰਭਉ, ਮੇਰੇ ਖਿਆਲ ਉਹੀ ਹੈ। ਜੇ ਮੈਂ ਗਲਤ ਨਹੀਂ ਕਹਿ ਰਿਹਾ, ਮੇਰੇ ਸਾਹਮਣੇ ਕੋਈ ਸਕਰੀਨ ਨਹੀਂ ਹੈਗੀ ਅੱਜ। ਹਾਂਜੀ ਠੀਕ ਹੈ ਜੀ। ਤੇ ਅੱਜ ਦਾ ਜਿਹੜਾ ਸੈਸ਼ਨ ਹੈ ਜੀ ਨਿਰਭਉ, ਤੇ ਜੋ ਮੈਨੂੰ ਸਮਝ ਆ ਰਹੀ ਹੈ ਸੁਰਨਜੀਤ ਵੀਰ ਜੀ ਨੇ ਇਸ ਤਰ੍ਹਾਂ ਹੀ ਮੂਲ ਮੰਤਰ ਦਾ ਇੱਕ ਵਰਡ ਇੱਕ ਲਫ਼ਜ਼ ਚੁੱਕਿਆ ਹੈ। ਪਹਿਲਾਂ ਇੱਕ ਓਂਕਾਰ ਤੇ ਹੋਇਆ ਸੀ, ਫਿਰ ਸਤਨਾਮ ਤੇ ਹੋਇਆ ਸੀ, ਤੇ ਮੇਰੇ ਖਿਆਲ ਇਸ ਤਰ੍ਹਾਂ ਚੱਲ ਰਿਹਾ, ਮੇਰੇ ਖਿਆਲ ਜਿੱਥੇ ਤੱਕ ਮੈਨੂੰ ਯਾਦ ਆ ਰਿਹਾ। ਤੇ ਅੱਜ ਦਾ ਅਸੀਂ ਸੈਸ਼ਨ, ਅੱਜ ਦੀ ਕਲਾਸ ਅਸੀਂ ਸਟਾਰਟ ਕਰਦੇ ਹਾਂ। ਵੀਰ ਜੀ ਓਵਰ ਟੂ ਯੂ, ਲੈਟਸ ਬਿਗਿਨ ਦੀ ਕਲਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਣਦੀਪ ਵੀਰ ਜੀ ਨੇ ਬਿਲਕੁਲ ਠੀਕ ਫਰਮਾਇਆ ਹੈ ਕਿ ਜੋ ਸਾਡਾ ਸੈਸ਼ਨ ਹੈ ਉਹ ਮੂਲ ਮੰਤਰ, ਜੋ ਇਹਨੂੰ ਅਸੀਂ ਮੂਲ ਮੰਤਰ ਜਾਂ ਮੰਗਲਾਚਰਨ ਜਾਂ ਕਿਸੇ ਵੀ ਹੋਰ ਨਾਂ ਤੋਂ ਪੁਕਾਰਦੇ ਹਾਂ, ਅਸੀਂ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਤੇ ਵਿਚਾਰ ਕਰ ਚੁੱਕੇ ਹਾਂ। ਤੇ ਅੱਜ ਦਾ ਜੋ ਟੌਪਿਕ ਹੈ ਉਹ ਹੈ ਨਿਰਭਉ। ਔਰ ਇਹ ਇੱਕ ਐਸਾ ਟੌਪਿਕ ਹੈ ਜਿਹਦੇ ਨਾਲ, ਵੈਸੇ ਤਾਂ ਸਾਰੇ ਟੌਪਿਕ ਹੈ ਜਿੱਥੇ ਸਾਡੇ ਜੀਵਨ ਦੇ ਨਾਲ ਪੂਰੀ ਤਰ੍ਹਾਂ ਨਾਲ ਜੁੜੇ ਹੋਏ ਨੇ, ਪਰ ਇਹ ਸਾਡੀ ਰੋਜ਼ਮर्रा ਦੀ ਜ਼ਿੰਦਗੀ ਦੇ ਵਿਚਕਾਰ ਵੀ ਬੜੀ ਅਹਿਮੀਅਤ ਰੱਖਦਾ ਹੈ। ਜੋ ਡਰ ਹੈ ਉਹ, ਜਾਂ ਉਹਨੂੰ ਕਿਸੇ ਭੈ ਕਹੀਏ ਜਾਂ ਕਿਸੇ ਹੋਰ ਨਾਂ ਨਾਲ ਬੁਲਾਈਏ, ਅਸੀਂ ਸਭ ਚੰਗੀ ਤਰ੍ਹਾਂ ਵਾਕਿਫ ਹਾਂ। ਔਰ ਅਸੀਂ ਇਹ ਦੇਖਣਾ ਚਾਹ ਰਹੇ ਹਾਂ ਅੱਜ ਕਿ ਗੁਰਬਾਣੀ ਦੇ ਵਿਚਾਰ, ਗੁਰੂ ਸਾਹਿਬਾਨ ਦੇ ਵਿਚਾਰ ਇਸ ਪਾਰਟਿਕੂਲਰ ਸਬਜੈਕਟ ਦੇ ਉੱਤੇ ਕੀ ਹਨ, ਕਿਉਂਕਿ ਇਹ ਨਿਰਭਉ ਵਰਡ ਮੂਲ ਮੰਤਰ ਦੇ ਵਿੱਚ ਹੀ ਆਉਂਦਾ ਤੇ ਇੱਕ ਰੱਬੀ ਗੁਣਾਂ ਦਾ ਵੀ ਪ੍ਰਗਟਾਵਾ ਹੈ। ਜੋ ਇੱਕ ਓਂਕਾਰ ਤੋਂ ਬਾਅਦ 7 ਰੱਬੀ ਗੁਣ ਹਨ, ਉਸ ਤੋਂ ਤੀਸਰੇ ਨੰਬਰ ਤੇ ਨਿਰਭਉ ਹੈ, ਸਤਨਾਮ ਕਰਤਾ ਪੁਰਖ ਤੋਂ ਬਾਅਦ। ਇਸ ਤੋਂ ਇਲਾਵਾ ਵੀ 4 ਹੋਰ ਰੱਬੀ ਗੁਣ ਹਨ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕਰਕੇ ਆਪਣੀ ਜੋ ਰੀਅਲਾਈਜੇਸ਼ਨ ਹੈ ਉਹਦੇ ਵਿੱਚੋਂ ਪਰਮਾਤਮਾ ਦੇ ਸਰੂਪ ਨੂੰ ਪ੍ਰਗਟ ਕੀਤਾ। ਸੋ ਅੱਜ ਦੇ ਟੌਪਿਕ ਤੇ ਅਸੀਂ ਡਿਸਕਸ ਕਰਾਂਗੇ ਨਿਰਭਉ ਤੇ, ਔਰ ਜਿਤਨਾ ਵੀ ਵਿਚਾਰ ਹੈ ਉਹ ਅਸੀਂ ਅਖੀਰ ਦੇ ਵਿੱਚ ਲਵਾਂਗੇ, ਵਿੱਚ ਸ਼ਾਇਦ ਕੁਐਸਚਨ ਲੈਣਾ ਪੋਸੀਬਲ ਨਾ ਹੋਏ। ਸੋ ਮੈਂ ਹੁਣ ਫਰਦਰ ਟੌਪਿਕ ਸਟਾਰਟ ਕਰਦਾ। ਗੁਰਬਾਣੀ ਦੇ ਵਿੱਚ ਭਉ ਵਰਡ ਭੈ ਕਰਕੇ ਵੀ ਲਿਖਿਆ ਗਿਆ ਹੈ, ਡਰ ਕਰਕੇ ਵੀ ਲਿਖਿਆ ਹੈ, ਸ਼ਾਇਦ ਕੁਝ ਹੋਰ ਤਰੀਕੇ ਦੇ ਨਾਲ ਵੀ ਇਹਨੂੰ ਲਿਖਿਆ ਗਿਆ ਹੋਏ। ਤੇ ਜੋ ਇਹਦੀ ਜੋ ਸਾਡੀ ਬੇਸਿਕ ਅੰਡਰਸਟੈਂਡਿੰਗ ਹੈ, ਸਾਨੂੰ ਉਹ ਸਮਝਣਾ ਵੀ ਜ਼ਰੂਰੀ ਹੈ ਕਿ ਖਤਰੇ, ਦਰਦ ਜਾਂ ਨੁਕਸਾਨ ਦੀ ਸੰਭਾਵਨਾ ਦੇ ਕਾਰਨ ਇੱਕ ਕੋਝੀ ਭਾਵਨਾ, ਕੋਝੀ ਕਹਿੰਦੇ ਨੇ ਜਿਹਨੂੰ ਕੋਈ ਪਸੰਦ ਨਹੀਂ ਕਰਦਾ, ਇੱਕ ਫੀਲਿੰਗ ਹੈ ਔਰ ਇੱਕ ਬੜੀ unpleasant जी feeling है. So fear is an unpleasant emotion caused by the threat of danger, pain or harm. ਸਾਨੂੰ ਇਦਾਂ ਦਾ ਖਤਰਾ ਹੈ, ਸਾਨੂੰ ਇੱਕ ਸੰਭਾਵਨਾ ਹੈ। ਅਸੀਂ ਇਹ ਨਹੀਂ ਕਰੇ ਕਿ ਉਹ ਸੰਭਾਵਨਾ ਸਹੀ ਹੈ ਜਾਂ ਗਲਤ ਹੈ, ਉਹ ਠੀਕ ਹੋ ਵੀ ਸਕਦਾ, ਠੀਕ ਨਹੀਂ ਵੀ ਹੋ ਸਕਦਾ, ਪਰ ਫੀਅਰ ਹੈ। ਜਿਸ ਵੀ ਚੀਜ਼ ਲਈ ਫੀਅਰ ਹੈ ਉਹਦੀ ਇੱਕ ਰਿਐਲਿਟੀ ਹੈ ਕਿ ਜ਼ਿੰਦਗੀ ਦੇ ਵਿੱਚ ਕਈ ਚੀਜ਼ਾਂ ਦਾ ਸਾਨੂੰ ਫੀਅਰ ਹੈ। ਤੇ ਇਸੀ ਸਬਜੈਕਟ ਨੂੰ ਅਸੀਂ ਸਮਝਣਾ ਹੈ। ਜੋ ਫੀਅਰ ਹੈ ਉਹਨੂੰ ਅਸੀਂ ਅਗਰ ਕੰਪੇਅਰ ਕਰੀਏ ਕਿ ਸਾਡੇ ਮਾਈਂਡ ਵਿੱਚ ਉਹ ਕੀ ਜਗ੍ਹਾ ਲੈ ਰਿਹਾ ਹੈ। ਸੋ ਜੋ ਫੀਅਰ ਹੈ ਸਾਡੇ ਮਾਈਂਡ ਦੇ ਵਿਚਕਾਰ ਇੱਕ ਤਰ੍ਹਾਂ ਦੇ ਡਾਰਕ ਪੈਚਿਸ ਹੁੰਦੇ ਨੇ। ਡਾਰਕ ਪੈਚਿਸ ਨੇ ਜੋ ਅਸੀਂ ਸਭ ਜਾਣਦੇ ਹਾਂ ਕਿ ਜੋ ਦਿਨ ਦੀ ਐਕਟੀਵਿਟੀ ਹੁੰਦੀ ਹੈ ਸਾਰੀ ਦੁਨੀਆ ਵਿੱਚ, ਉਹ ਰਾਤ ਦੀਆਂ ਐਕਟੀਵਿਟੀਜ਼ ਘਟ ਜਾਂਦੀਆਂ। ਔਰ ਜੇ ਰਾਤ ਦੀਆਂ ਐਕਟੀਵਿਟੀਜ਼ ਹੁੰਦੀਆਂ ਉਹਦੇ ਲਈ ਅਸੀਂ ਰੋਸ਼ਨੀ ਦਾ ਇੰਤਜ਼ਾਮ ਕਰਦੇ ਹਾਂ। ਡਾਰਕਨੈਸ ਨੂੰ ਕੋਈ ਪਸੰਦ ਨਹੀਂ ਕਰਦਾ ਔਰ ਅਸੀਂ ਚਾਹੁੰਦੇ ਹਾਂ ਡਾਰਕਨੈਸ ਨਾ ਹੋਏ। ਫੀਅਰ ਇਜ਼ ਲਾਈਕ ਏ ਡਾਰਕ ਪੈਚ ਆਫ ਦਾ ਮਾਈਂਡ। ਜਦੋਂ ਵੀ ਡਾਰਕ ਪੈਚ ਹੁੰਦਾ, ਲੋਕ ਥੋੜਾ ਘੁੰਮ ਕੇ ਲੰਬਾ ਰਸਤਾ ਵੀ ਲੈ ਜਾਣਾ ਪਸੰਦ ਕਰਦੇ ਨੇ ਤਾਂ ਕਿ ਰੋਸ਼ਨੀ ਵਿੱਚ ਜਾਈਏ, ਥੋੜਾ ਖਤਰਾ ਹੈ
ਸੋ ਉਸੇ ਤਰ੍ਹਾਂ ਜ਼ਿੰਦਗੀ ਦੇ ਵਿਚਕਾਰ ਮਾਈਂਡ ਦੇ ਵਿੱਚ ਜਿਹੜੇ ਡਾਰਕ ਪੈਚਸ ਨੇ ਉਹ ਸਭ ਫੀਅਰ ਨੂੰ ਹੀ ਰਿਪਰੈਜ਼ੈਂਟ ਕਰਦੇ ਨੇ। ਜੋ ਫੀਅਰ ਹੈ ਔਰ ਜੋ ਹੁਕਮ ਹੈ, ਕਿੱਥੇ ਕਿੱਥੇ ਸਾਨੂੰ ਗੁਰਬਾਣੀ ਦੇ ਵਿਚਕਾਰ ਤੋ ਇਸ ਤਰ੍ਹਾਂ ਕਿ ਜੋ ਜ਼ਿੰਦਗੀ ਦੇ ਵਿਚਕਾਰ ਫੀਅਰ ਐਂਡ ਹੁਕਮ ਹੈ, ਇਹਨਾਂ ਦੇ ਜੋ ਭੈ ਦਾ ਇਸਤੇਮਾਲ ਹੋਇਆ ਸ਼ਬਦ ਦਾ, ਉਹ ਦੋ ਤਰੀਕੇ ਨਾਲ ਹੋਇਆ। ਸੋ ਅਸੀਂ ਬਾਣੀ ਦੇ ਵਿੱਚੋਂ ਇੱਕ ਉਦਾਹਰਣ ਦੇ ਤੌਰ ਤੇ ਲੈਂਦੇ ਹਾਂ, ਭੈ ਵਿੱਚ ਪਵਨ ਵਹੇ ਸਦਵਾਓ, ਭੈ ਵਿੱਚ ਚੱਲੇ ਲਖ ਦਰਿਆਓ, ਭੈ ਵਿੱਚ ਅਗਨ ਕੱਢੇ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੇ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾਨਕ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੇ ਆਕਾਸ, ਭੈ ਵਿੱਚ ਜੋਧ ਮਹਾਬਲ ਸੂਰ, ਭੈ ਵਿੱਚ ਆਵੇ ਜਾਵੇ ਪੂਰ, ਸਗਲਿਆ ਭਉ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸਚ ਏਕ। ਇਹ ਪੂਰੇ ਸ਼ਬਦ ਦੇ ਵਿੱਚ ਭੈ ਸ਼ਬਦ ਦਾ ਬਹੁਤ ਤਾਕਤ ਇਸਤੇਮਾਲ ਹੋਇਆ। ਔਰ ਜੋ ਇੱਥੇ ਭੈ ਹੈ ਉਹ ਡਰ ਦੀ ਤੌਰ ਤੇ ਨਹੀਂ ਲੈਣਾ। ਗੁਰਬਾਣੀ ਦੇ ਵਿਚਕਾਰ ਭੈ ਵਰਡ ਹੁਕਮ ਦੇ ਲਈ ਵੀ ਇਸਤੇਮਾਲ ਹੋਇਆ। ਤੋ ਹੁਕਮ ਦੇ ਵਿੱਚ ਹੀ ਪਵਨ ਵਹੇ ਸਦਵਾਓ, ਪਵਨ ਜਿਹੜੀ ਹਵਾ ਚੱਲ ਰਹੀ ਹੈ, ਲੱਖੋ ਦਰਿਆ ਚੱਲ ਰਹੇ ਨੇ, ਔਰ ਅੱਗੇ ਸਾਰਾ ਸ਼ਬਦ ਪਰਮਾਤਮਾ ਦੇ ਹੁਕਮ ਨੂੰ ਹੀ ਬਿਆਨ ਕਰ ਰਿਹਾ ਹੈ। ਸੋ ਕਿਤੇ ਕਿਤੇ ਜਦੋਂ ਅਸੀਂ ਬਾਣੀ ਪੜ੍ਹੀਏ, ਪਹਿਲੇ ਇਹ ਦੇਖ ਲਈਏ ਕਿ ਅਸੀਂ ਫੀਅਰ ਵਾਲੇ ਭੈ ਦੀ ਗੱਲ ਕਰ ਰਹੇ ਹਾਂ ਜਾਂ ਹੁਕਮ ਵਾਲੇ ਭੈ ਦੀ ਗੱਲ ਕਰ ਰਹੇ। ਅਖੀਰ ਚ ਗੁਰੂ ਸਾਹਿਬ ਇਸ ਸ਼ਬਦ ਕਹਿੰਦੇ, ਸਗਲਿਆ ਭਉ ਲਿਖਿਆ ਸਿਰ ਲਿਖ, ਕਿ ਸਭ ਦੇ ਸਿਰਾਂ ਤੇ ਭਉ ਲਿਖਿਆ ਹੋਇਆ ਹੈ। ਇੱਥੇ ਜੋ ਭਉ ਇਸਤੇਮਾਲ ਹੋਇਆ ਉਹ ਵੀ ਹੁਕਮ ਦੇ ਲਈ ਹੀ ਇਸਤੇਮਾਲ ਹੋਇਆ, ਕਿ ਹਰ ਇੱਕ ਦੇ ਮੱਥੇ ਤੇ, ਹਰ ਇੱਕ ਦੇ ਸਿਰ ਤੇ ਲੇਖ ਲਿਖਿਆ ਹੈ। ਦਾ ਮਤਲਬ ਕਿ ਹਰ ਕੋਈ ਉਸ ਹੁਕਮ ਦੇ ਵਿੱਚ ਹੀ ਚੱਲ ਰਿਹਾ ਹੈ, ਇਸ ਪੂਰੀ ਦੀ ਪੂਰੀ ਕਾਇਨਾਤ ਦੇ ਅੰਦਰ। ਔਰ ਨਾਨਕ ਨਿਰਭਉ ਨਿਰੰਕਾਰ ਸਚ ਏਕ। ਅਗਰ ਉਸ ਹੁਕਮ ਤੋਂ ਕੋਈ ਬਾਹਰ ਹੈ, ਜੋ ਹੁਕਮ ਲਿਖਣ ਵਾਲਾ ਹੈ, ਉਹ ਪਰਮਾਤਮਾ ਆਪ ਨਿਰੰਕਾਰ ਹੈ, ਜੋ ਸੱਚ ਹੈ ਔਰ ਇੱਕੋ ਹੈ। ਉਸ ਤੋਂ ਇਲਾਵਾ ਸਭ ਦੇ ਸਭ ਉਹਦੇ ਹੁਕਮ ਦੇ ਵਿੱਚ ਹਨ। ਇੱਥੇ ਜੋ ਹੁਕਮ ਹੈ ਉਹਨੂੰ ਫੀਅਰ ਤੋਂ ਅਸੀਂ ਡਿਫਰੈਂਸ਼ੀਏਟ ਕਰਨਾ ਹੈ। ਬਾਣੀ ਚ ਗੁਰੂ ਅਰਜਨ ਸਾਹਿਬ ਫਰਮਾਉਂਦੇ ਨੇ, ਸਗਲ ਅਸਥਾਨ ਭੈ ਭੀਤ ਚੀਨ, ਸੋ ਆਲ ਪਲੇਸਿਸ ਆਰ ਫਿਲਡ ਵਿਦ ਹੁਕਮ, ਨੋ ਦਿਸ ਵੈਲ। ਇੱਥੇ ਉਹ ਇਹ ਨਹੀਂ ਕਹਿ ਰਹੇ ਕਿ ਹਰ ਸਥਾਨ ਤੇ ਡਰ ਭਰਿਆ ਹੋਇਆ, ਪਰ ਹਰ ਸਥਾਨ ਤੇ ਉਹਦਾ ਹੁਕਮ ਜ਼ਰੂਰ ਭਰਿਆ ਹੋਇਆ। ਡਰ ਤੇ ਸਾਡੇ ਮਾਈਂਡ ਦੀ ਅਵਸਥਾ, ਕਈਆਂ ਦਾ ਹੋਏਗਾ, ਕਈਆਂ ਦਾ ਨਹੀਂ ਹੋਏਗਾ, ਬਟ ਆਲ ਪਲੇਸਿਸ ਆਰ ਫਿਲਡ ਵਿਦ ਹੁਕਮ, ਨੋ ਦਿਸ ਵੈਲ, ਸਗਲ ਅਸਥਾਨ ਪੈ ਪੀਤ ਚੀਨ। ਹੁਣ ਅਸੀਂ ਇੱਕ ਜਿਹੜੀ ਕੰਪੈਰੀਜ਼ਨ ਕਰਨਾ ਉਹ ਹੈ ਲਵ ਵਰਸਸ ਫੀਅਰ। ਤੋ ਥੀਸ ਆਰ ਦ ਟੂ ਸਾਈਡਸ ਆਫ ਦ ਸੇਮ ਕੋਇਨ। ਤੇ ਅਗਰ ਅਸੀਂ ਦੇਖੀਏ ਭਉ ਦੇ ਵਿੱਚ, ਅਸੀਂ ਅਗਰ ਕੰਨਾ ਲਗਾਈਏ ਪੱਬਾ ਨਾਲ, ਪੱਬੇ ਲੈਟਰ ਦੇ ਨਾਲ, ਤੇ ਭਉ ਬਣ ਜਾਂਦਾ ਹੈ। ਔਰ ਇਹ ਭਉ ਦਾ ਮਤਲਬ ਹੁੰਦਾ ਹੈ ਪਿਆਰ, ਲਵ। ਇੰਨਾ ਹੀ ਫਰਕ ਹੈ ਭਉ ਔਰ ਭਉ ਦੇ ਵਿੱਚ ਕਿ ਉਹ ਇੱਕੋ ਸਿੱਕੇ ਦੇ ਦੋਨੋਂ ਸਾਈਡ ਹਨ। ਇੱਕ ਸਾਈਡ ਅਗਰ ਪ੍ਰੇਮ ਹੈ ਤੇ ਦੂਸਰੀ ਸਾਈਡ ਵੀ ਫੀਅਰ ਹੈ ਹੀ ਹੈ। ਸੋ ਲਵ ਇਜ਼ ਦਾ ਸੋਰਸ ਆਫ ਫੀਅਰ। ਅਗਰ ਸਾਨੂੰ ਪਿਆਰ ਹੈ ਕਿਸੇ ਚੀਜ਼ ਨਾਲ ਤਾਂ ਹੀ ਸਾਨੂੰ ਡਰ ਹੈ। ਅਗਰ ਸਾਨੂੰ ਪਿਆਰ ਨਹੀਂ ਹੋਏਗਾ, ਸਾਨੂੰ ਡਰ ਵੀ ਨਹੀਂ ਹੋਏਗਾ। ਉਹ ਪਿਆਰ ਸਾਨੂੰ ਆਪਣੀ ਪ੍ਰਾਪਰਟੀ ਨਾਲ ਹੋ ਸਕਦਾ ਹੈ, ਬੱਚਿਆਂ ਨਾਲ ਹੋ ਸਕਦਾ ਹੈ, ਕਿਸੇ ਵੀ ਚੀਜ਼ ਨਾਲ ਹੋ ਸਕਦਾ ਹੈ, ਆਪਣੀ ਪੋਜੀਸ਼ਨ ਨਾਲ ਹੋ ਸਕਦਾ ਹੈ। ਜਿਸ ਵੀ ਚੀਜ਼ ਨਾਲ ਪਿਆਰ ਹੋਏਗਾ, ਉਹਦੇ ਖੁੱਸ ਜਾਣ ਦਾ, ਉਹਦੇ ਗਵਾ ਦੇਣ ਦਾ, ਉਹਦੇ ਨਾਲ ਸਾਡਾ ਵਿਛੋੜਾ ਹੋਣ ਦਾ ਵੀ ਸਾਨੂੰ ਫੀਅਰ ਹੋਏਗਾ। ਸੋ ਜਿੱਥੇ ਜਿੱਥੇ ਭਾਵ ਹੋਏਗਾ, ਉੱਥੇ ਉੱਥੇ ਹੀ ਭਾਵ ਹੋਏਗਾ। ਭਾਵ ਔਰ ਭਾਵ ਦੋਨੋਂ ਇੱਕੋ ਕੋਇਨ ਦੇ ਦੋ ਅਲੱਗ ਅਲੱਗ ਸਾਈਡ ਹੈ। ਔਰ ਗੁਰੂ ਸਾਹਿਬ ਵੀ ਕਹਿੰਦੇ ਹਨ, ਹਰ ਗੁਣ ਹਿਰਦੇ ਟਿਕੇ ਤਿਸ ਕੈ, ਜਿਸ ਅੰਤਰ ਭਾਉ ਭਾਵਨੀ ਹੋਈ। ਕਿ ਜੋ ਪਰਮਾਤਮਾ ਦੇ ਗੁਣ ਹਨ ਉਹ ਉਸੇ ਹਿਰਦੇ ਦੇ ਵਿਚਕਾਰ ਜਾ ਕੇ ਟਿਕਦੇ ਹਨ, ਜਿੱਥੇ ਕਿ ਜੋ ਉਹਦਾ ਹਿਰਦਾ ਹੈ ਉਹਦੇ ਵਿਚਕਾਰ ਪਰਮਾਤਮਾ ਦਾ ਡਰ ਵੀ ਹੋਏ ਔਰ ਪਰਮਾਤਮਾ ਦਾ ਪਿਆਰ ਵੀ ਹੋਏ। ਭਾਉ ਭਾਵਨੀ ਹੋਈ। ਭਾਉ ਹੈ ਡਰ ਔਰ ਭਾਵਨੀ ਹੈ ਪਿਆਰ। ਤੇ ਜਿਹਦੇ ਅੰਦਰ ਦਾ whose inner being is filled with fear of God and his love, ਉਹੀ ਹੈ ਜੋ ਸਿਰਫ ਅਸਲੀ ਤਰੀਕੇ ਦੇ ਨਾਲ ਪਰਮਾਤਮਾ ਨੂੰ, ਆਪਣੀਆਂ ਵਰਚੂਸ, ਪਰਮਾਤਮਾ ਦੀਆਂ ਵਰਚੂਸ ਨੂੰ ਸਮਝ ਸਕਦਾ। ਸੋ ਬਹੁਤ ਕਲੀਅਰ ਹੈ, ਇਹ ਸਿਰਫ ਪਰਮਾਤਮਾ ਲਈ ਨਹੀਂ, ਸਾਡੇ ਦੁਨਿਆਵੀ ਤੌਰ ਤੇ ਵੀ ਜਿੱਥੇ ਜਿੱਥੇ ਪਿਆਰ ਹੋਏਗਾ ਉੱਥੇ ਉੱਥੇ ਹੀ ਫੀਅਰ ਵੀ ਹੋਏਗਾ। ਹੁਣ ਅਸੀਂ ਅੱਗੇ ਚੱਲ ਕੇ ਦੇਖਦੇ ਹਾਂ ਕਿ ਜੋ ਭਾਵ ਹੈ, ਜੋ ਫੀਅਰ ਔਰ ਜਾਂ ਫੀਅਰਫੁਲ ਹੋਣਾ ਹੈ, ਇੱਕ ਅਨਪਲੇਜ਼ੈਂਟ ਇਮੋਸ਼ਨ ਹੈ। ਇਹ ਜਰਨੀ ਸਾਡੀ
ਆਹਿਸਤਾ ਆਹਿਸਤਾ ਸਾਨੂੰ ਗੁਰਬਾਣੀ ਦੇ ਆਧਾਰ ਤੇ ਕਿੱਥੇ ਤੱਕ ਲੈ ਕੇ ਜਾ ਸਕਦੀ ਹੈ। ਅਗਰ ਭਉ ਜਾਂ ਫੀਅਰਫੁਲ ਹੋਣ ਤੋਂ ਜਾਂ ਫੀਅਰ ਤੋਂ ਅਸੀਂ ਐਲੀਮੀਨੇਟ ਵਰਲਡਲੀ ਫੀਅਰ, ਜੋ ਦੁਨਿਆਵੀ ਡਰ ਨੇ, ਅਗਰ ਅਸੀਂ ਉਹਨਾਂ ਨੂੰ ਹਟਾ ਸਕੀਏ ਤਾਂ ਫਿਰ ਜੋ ਸਾਡੇ ਹੱਥ ਲੱਗਦਾ ਉਹ ਹੁੰਦਾ ਹੈ ਨਿਰਮਲ ਭਉ, that is unblemished fear, a controlled and chosen emotion। ਇੱਕ ਕੰਟਰੋਲਡ ਵੀ ਹੈ ਔਰ ਅਸੀਂ ਆਪਣੀ ਖੁਸ਼ੀ ਨਾਲ ਇਸ ਇਮੋਸ਼ਨ ਨੂੰ ਆਪਣੇ ਕੋਲ ਰੱਖਣਾ ਵੀ ਚਾਹੁੰਦੇ ਹਾਂ। ਸੋ ਇਟਸ ਅ ਕੰਟਰੋਲਡ ਐਂਡ ਚੂਜ਼ਨ ਇਮੋਸ਼ਨ, ਜਿਹਨੂੰ ਅਸੀਂ ਨਿਰਮਲ ਭਉ ਕਹਿੰਦੇ ਹਾਂ। ਔਰ ਇਸ ਨਿਰਮਲ ਭਉ ਤੋਂ ਅਗਲੀ ਅਵਸਥਾ ਫਾਈਨਲੀ ਨਿਰਭਉ ਦੀ ਹੈ, ਜੋ ਨਿਰੰਕਾਰ ਨਾਲ ਮਿਲਣ ਦੀ ਹੈ। ਸੋ ਇਹ ਸਟੇਜਸ ਨੇ ਫੀਅਰਫੁਲ ਤੋਂ ਦੁਨਿਆਵੀ ਭਉ ਨੂੰ, ਦੁਨਿਆਵੀ ਡਰਾਂ ਨੂੰ ਐਲੀਮੀਨੇਟ ਕਰਨਾ, ਖਤਮ ਕਰਨਾ ਔਰ ਫਾਈਨਲੀ ਨਿਰਮਲ ਭਉ ਅਵਸਥਾ ਵਿੱਚ ਰਹਿਣਾ ਔਰ ਨਿਰਮਲ ਭਉ ਤੋਂ ਨਿਰਭਉ ਯਾਨੀ ਕਿ ਫੀਅਰਲੈਸ ਅਵਸਥਾ ਜਾਣਾ। ਅਸੀਂ ਇਹ ਦੇਖਾਂਗੇ ਗੁਰਬਾਣੀ ਦੇ ਆਧਾਰ ਤੇ ਸਾਨੂੰ ਕਿਸ ਤਰ੍ਹਾਂ ਦੀ ਸੇਧ ਮਿਲਦੀ ਹੈ। ਸੋ ਪਹਿਲੇ ਅਸੀਂ ਫੀਅਰਫੁਲ ਤੋਂ ਐਲੀਮੀਨੇਟ ਵਰਲਡਲੀ ਫੀਅਰ, ਜੋ ਦੁਨਿਆਵੀ ਡਰ ਨੇ, ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਖਤਮ ਕਰਨਾ ਹੈ। ਅੱਗੇ ਦਾ ਜੋ ਪ੍ਰੈਜੈਂਟੇਸ਼ਨ ਹੈ ਉਹਦਾ ਕੁਝ ਪੋਰਸ਼ਨ ਬਹੁਤ ਪਹਿਲੇ ਇੱਕ ਪ੍ਰੈਜੈਂਟੇਸ਼ਨ ਦੇ ਤੌਰ ਤੇ ਅਸੀਂ ਪਹਿਲੇ ਦੇ ਚੁੱਕੇ ਹਾਂ, ਬਟ ਇਹਨੂੰ ਕੁਝ ਪੋਰਸ਼ਨ ਨੂੰ ਰਿਪੀਟ ਕੀਤਾ ਜਾ ਰਿਹਾ ਹੈ। ਸੋ ਡੀਲਿੰਗ ਵਿਦ ਵਰਲਡਲੀ ਫੀਅਰਸ, ਗੁਰਬਾਣੀ ਦੇ ਹਿਸਾਬ ਨਾਲ ਵਰਲਡਲੀ ਫੀਅਰ ਵੀ ਹਰ ਅਸਥਾਨ ਤੇ ਹਨ, ਹਰ ਇੱਕ ਦਿਮਾਗ ਵਿੱਚ ਹਨ। ਭੈ ਵਿੱਚ ਜੰਮੇ ਭੈ ਮਰੇ, ਭੀ ਪਉ ਮਨ ਮਹਿ ਹੋਏ। So fear is always present in the mind right from the time of birth till the time we leave this world। ਉਹ fear ਕਿਸੇ ਨਾ ਕਿਸੇ ਫਾਰਮ ਵਿੱਚ ਸਾਡੇ ਮਨਾਂ ਦੇ ਵਿਚਕਾਰ ਹਮੇਸ਼ਾ ਹੀ ਹੈ। ਔਰ ਡਰ ਡਰਣਾ ਮਨ ਕਾ ਸ਼ੋਰ, afraid of fear and living in fear the mind is held in tumult। ਸੋ ਇੱਕ ਮਨ ਦੇ ਵਿੱਚ ਸ਼ੋਰ, ਇੱਕ ਨੋਇਸ ਰਹਿੰਦੀ ਹੈ। ਇਹ ਹੁਣ ਵੱਖਰੀ ਗੱਲ ਹੈ ਕਿ ਇੱਕ ਇਨਸਾਨ ਦੇ ਦੂਸਰੇ ਇਨਸਾਨ ਦਾ ਜੋ ਨੇਚਰ ਹੈ ਉਹ ਡਿਫਰੈਂਟ ਹੋ ਸਕਦਾ ਹੈ। ਉਹਦੇ ਵਿੱਚ ਇੱਕ ਇਨਸਾਨ ਘੱਟ ਡਰਦਾ ਹੈ, ਦੂਸਰਾ ਜ਼ਿਆਦਾ ਡਰਦਾ ਹੈ, ਪਰ ਉਹਦੀ ਗ੍ਰੇਡ ਅਲੱਗ ਹੋ ਸਕਦਾ, ਲੈਵਲ ਅਲੱਗ ਹੋ ਸਕਦਾ, ਪਰ ਮਨ ਦੇ ਵਿੱਚ ਕੋਈ ਨਾ ਕੋਈ ਫੀਅਰ ਆ ਜਾਣਾ ਬੜਾ ਸੁਭਾਵਿਕ ਹੈ। ਕੋਈ ਮੈਡੀਕਲ ਟੈਸਟ ਖਿਲਾਓ, ਉਹਦੀ ਰਿਪੋਰਟ ਨਹੀਂ ਆਈ ਤਾਂ ਤੱਕ ਫੀਅਰ ਰਹੇਗਾ। ਕੋਈ ਬੰਦਾ ਘਰੋਂ ਬਾਹਰ ਗਿਆ, ਉਹਨੂੰ ਕੰਟੈਕਟ ਨਹੀਂ ਕਰ ਪਾ ਰਹੇ, ਲੇਟ ਹੋ ਗਿਆ, ਤੇ ਮਾਈਂਡ 'ਚ ਫੀਅਰ ਆ ਜਾਂਦਾ ਹੈ। ਇਹ ਫੀਅਰ ਬੜੇ ਵੱਖਰੇ ਵੱਖਰੇ ਤਰੀਕੇ ਨਾਲ ਆਉਂਦੇ ਨੇ। ਕੋਈ ਲੌਂਗ ਟਰਮ ਫੀਅਰ ਹੈ, ਕੋਈ ਸ਼ਾਰਟ ਟਰਮ ਫੀਅਰ ਹੈ, ਕੋਈ ਇਸ ਤਰ੍ਹਾਂ ਦਾ ਕਿ 4 ਮਹੀਨੇ ਬਾਅਦ ਕੀ ਹੋਏਗਾ ਉਹਨੂੰ ਵੀ ਲੋਕ ਐਜ਼ ए ਫੀਅਰ ਲੈ ਕੇ ਬੈਠਦੇ हैं। ऐसा नहीं है कि ਫੀਅਰ ਕੋਈ ਇੱਕ ਅੱਜ ਦੀ ਹੈ, ਫੀਅਰ ਇੱਕ ਲੰਬਾ ਟਾਈਮ, ਸਾਲੋਂ ਸਾਲ ਚੱਲਣ ਵਾਲੀ ਵੀ ਇੱਕ ਅਵਸਥਾ ਹੋ ਸਕਦੀ ਹੈ। ਸੋ ਮਾਈਂਡ ਦੇ ਵਿਚਕਾਰ ਇੱਕ ਸ਼ੋਰ ਜਿਹਾ ਰਹਿੰਦਾ ਹੈ ਜੋ ਫੀਅਰ ਦੇ ਨਾਲ ਕਨੈਕਟਡ ਹੈ ਔਰ ਇੱਕ ਬਹੁਤ ਸੁਭਾਵਿਕ ਹੈ। ਅਗਰ ਅਸੀਂ ਜੱਜ ਕਰੀਏ ਤਾਂ ਸਵੇਰ ਤੋਂ ਸ਼ਾਮ ਤੱਕ ਕੋਈ ਨਾ ਕੋਈ ਸਾਨੂੰ ਰੀਜ਼ਨ ਮਿਲ ਜਾਏਗਾ ਕਿ ਕਿਸੇ ਚੀਜ਼ ਦਾ ਸਾਨੂੰ ਡਰ ਹੈ। ਸੋ ਅਸੀਂ ਵਰਲਡਲੀ ਫੀਅਰਸ ਨੂੰ ਕਿਸ ਤਰ੍ਹਾਂ ਅਵੋਇਡ ਕਰ ਸਕਦੇ ਹਾਂ। ਫੀਅਰ ਮੇ ਹੈਵ ਅ ਬੇਸਿਸ ਔਰ ਇਵਨ ਨੋ ਰੀਜ਼ਨ। ਕਈ ਵਾਰ ਕੋਈ ਰੀਜ਼ਨ ਨਾ ਹੋਏ, ਸਿਰਫ ਇਨਸਾਨ ਦਾ ਨੇਚਰ ਵੀ ਹੋ ਸਕਦਾ ਹੈ ਕਿ ਉਹ ਡਰਿਆ ਰਹਿੰਦਾ ਹੈ। ਇੱਕ ਸਾਈਕੋਲੋਜੀਕਲ ਵੀ ਬਹੁਤ ਲੋਕਾਂ ਨੂੰ ਸਾਈਕੋਲੋਜੀਕਲ ਪ੍ਰੋਬਲਮਸ ਵੀ ਹੁੰਦੀਆਂ ਕਿ ਕਈ ਚੀਜ਼ਾਂ ਤੋਂ ਡਰੇ ਰਹਿੰਦੇ ਆ ਜਿਹੜੀਆਂ ਕਿ ਐਗਜ਼ਿਸਟ ਹੀ ਨਹੀਂ ਕਰਦੀਆਂ। ਸੋ ਸਾਨੂੰ ਇਹਨਾਂ ਨੂੰ ਥੋੜਾ ਜਿਹਾ ਸਮਝਣਾ ਪਏਗਾ। ਸੋ ਹਾਊ ਟੂ ਐਲੀਮੀਨੇਟ ਵਰਲਡਲੀ ਫੀਅਰ। ਗੁਰੂ ਸਾਹਿਬ ਕਹਿੰਦੇ ਆ ਜਿਸਕੇ ਡਰ ਭੈ ਭਾਗੀਏ ਅੰਮ੍ਰਿਤ ਤਾਕਾ ਨਾਉ, ਕਿ ਜੋ ਦੁਨਿਆਵੀ ਫੀਅਰ ਨੇ, ਥਰੂ ਦ ਫੀਅਰ ਆਫ ਦ ਗੋਡ ਫੀਅਰ ਰਨਸ ਅਵੇ। ਇੱਥੇ ਜਿਹੜਾ ਫੀਅਰ ਹੈ ਉਹ ਦੁਨਿਆਵੀ ਡਰ ਹੈ। His name is ambrosial nectar। ਸੋ ਜੋ ਅੰਮ੍ਰਿਤਾ ਕਾ ਨਾਮ ਹੈ, ਇੱਕ ਗੁਰੂ ਸਾਹਿਬ ਸਾਨੂੰ ਸੂਤਰ ਦੇ ਰਹੇ ਨੇ, ਇੱਕ ਮੈਸੇਜ ਦੇ ਰਹੇ ਨੇ, ਇੱਕ ਤਰ੍ਹਾਂ ਦਾ ਸਾਨੂੰ ਰਸਤਾ ਦਿਖਾ ਰਹੇ ਨੇ ਕਿ ਜੋ ਨਾਮ ਅੰਮ੍ਰਿਤ ਹੈ ਉਹਦੇ ਨਾਲ ਵੀ ਸਾਨੂੰ ਡਰ ਜਿਹੜਾ ਉਹ ਡਰ ਕੇ ਭੱਜ ਜਾਂਦਾ, ਦੌੜ ਜਾਂਦਾ। ਇੱਕ ਹੋਰ ਸੂਤਰ ਦੇ ਰਹੇ ਨੇ ਗੁਰੂ ਸਾਹਿਬ, ਸਾਧ ਸੰਗ ਭੈ ਭਰਮ ਮਿਟਾਇਆ। ਅਸੀਂ ਸਾਧ ਸੰਗਤ, ਜਿਹੜੇ ਲੋਕ ਪਰਮਾਤਮਾ ਨਾਲ ਜੁੜੇ ਆ, ਉਹਨਾਂ ਦੀ ਕੰਪਨੀ ਵਿੱਚ ਉਹ ਮਹਾਪੁਰਸ਼ ਜਿਨ੍ਹਾਂ ਨੇ ਕੁਝ ਐਕਸਟੈਂਟ ਤੱਕ ਰਿਅਲਾਈਜ਼ ਕਰ ਲਿਆ ਪਰਮਾਤਮਾ ਨੂੰ, ਉਹਨਾਂ ਨੂੰ ਅਸੀਂ ਸਾਧ ਸੰਗਤ ਕਹਿੰਦੇ ਹਾਂ, ਜਿਹਦੇ ਨਾਲ ਕਿ ਅਸੀਂ ਨਾਮ ਦੀ ਚਰਚਾ ਕਰਦੇ ਹਾਂ। ਸੋ ਅਸੀਂ ਸ਼ਬਦ ਹੈ ਨੇ ਜਿੱਥੇ ਸਾਧ ਸੰਗਤ ਦੀ ਡੈਫੀਨੇਸ਼ਨ ਹੈ, ਤੇ ਜਿਸ ਸਾਧ ਸੰਗਤ ਦੇ ਵਿੱਚ ਨਾਮ ਦੀ ਗੱਲ ਹੋਏ, ਤਾਂ ਕਿ ਅੰਮ੍ਰਿਤਾ ਕਾ ਨਾਮ ਹੈ ਉਹ ਸਾਥ ਸਾਨੂੰ ਬਾਣੀ ਤੋਂ ਵੀ ਮਿਲਣਾ ਹੈ, ਸਾਨੂੰ ਉਸ ਕੰਪਨੀ ਦੇ ਥਰੂ ਵੀ ਮਿਲਣਾ ਹੈ ਜਿਨ੍ਹਾਂ ਨੇ ਰਿਅਲਾਈਜ਼ ਕੀਤਾ, ਜਿਨ੍ਹਾਂ ਨੇ ਬਾਣੀ ਨੂੰ ਸਮਝਿਆ ਹੈ, ਸਾਨੂੰ ਵੀ ਰਿਅਲਾਈਜ਼ ਕਰਾ ਸਕਦੇ ਹਨ। ਔਰ ਫਿਰ ਸੇਵਾ ਵਿੱਚ ਲੱਗ ਜਾਣਾ, ਰਾਮ ਸੇਵਕ ਭੈ ਰਹਿਤ ਕੀਨ। ਸੋ ਇਸ ਤਰ੍ਹਾਂ ਕਈ ਸਾਰੇ ਐਸੇ ਸ਼ਬਦ ਆਉਂਦੇ ਆ ਜਿਹਦੇ ਵਿਚਕਾਰ ਭੈ ਨੂੰ ਦੂਰ ਕਰਨ ਦੇ ਜੋ ਵੱਖਰੇ ਵੱਖਰੇ ਤਰੀਕੇ ਹਨ, ਉਹਨਾਂ ਦਾ ਸ਼ਬਦਾਂ ਦੇ ਵਿੱਚ ਜ਼ਿਕਰ ਆਇਆ। ਉਹਨਾਂ ਸ਼ਬਦਾਂ ਨੂੰ ਸੁਣਨਾ, ਸਮਝਣਾ
ਬਿਲੀਵ ਕਰਨਾ, ਜੀਵਨ ਦੇ ਵਿੱਚ ਉਤਾਰਨਾ, ਪ੍ਰੈਕਟਿਸ ਕਰਨਾ ਔਰ ਫਿਰ ਰਿਅਲਾਈਜੇਸ਼ਨ ਦੀ ਸਟੇਜ ਤੱਕ ਪਹੁੰਚਣਾ। ਇਹ ਡਿਫਰੈਂਟ ਸਟੇजेस ਹੈ ਜਿੱਥੇ ਜਾ ਕੇ ਡਰ ਜਿਹੜਾ ਖਤਮ ਹੋਏਗਾ। ਸਿਰਫ ਸ਼ਬਦ ਸੁਣ ਲੈਣ ਨਾਲ ਜਾਂ ਸਿਰਫ ਚਰਚਾ ਕਰਨ ਨਾਲ ਨਹੀਂ ਹੋਏਗਾ। ਜਦ ਤੱਕ ਅਸੀਂ ਰਿਅਲਾਈਜੇਸ਼ਨ ਦੀ ਫੇਸ ਤੇ ਨਹੀਂ ਜਾਵਾਂਗੇ, ਉਹਨੂੰ ਹੀ ਸੇਵਾ ਵੀ ਕਿਹਾ ਹੈ ਕਿ ਅਸੀਂ ਰਿਅਲਾਈਜ਼ ਕੀਤਾ। ਉਸ ਰਿਅਲਾਈਜੇਸ਼ਨ ਫੇਸ 'ਚ ਜਾ ਕੇ ਫੀਅਰ ਖਤਮ ਹੋਣਾ ਸ਼ੁਰੂ ਹੁੰਦਾ। ਅਸੀਂ ਕਈ ਵਾਰ ਸੋਚਦੇ ਹਾਂ ਅਸੀਂ ਬਾਣੀ ਵੀ ਪੜ੍ਹਦੇ ਹਾਂ, ਫਿਰ ਸਾਡੇ ਡਰ ਕਿਉਂ ਨਹੀਂ ਜਾਂਦੇ? ਉਹਦਾ ਸ਼ਾਇਦ ਕਾਰਨ ਇਹੀ ਹੁੰਦਾ ਹੋਣਾ ਕਿ ਅਸੀਂ ਪੂਰੀ ਰਿਅਲਾਈਜੇਸ਼ਨ ਦੀ ਸਟੇਜ ਤੱਕ ਨਹੀਂ ਪਹੁੰਚਦੇ ਹਾਂ। ਅਸੀਂ ਇसी ਨੂੰ ਜਿਸਕੇ ਡਰ ਪੈ ਭਾਗੀ ਅੰਮ੍ਰਿਤਾ ਕਾ ਨਾਮ ਨੂੰ ਅੱਗੇ ਐਕਸਪੈਂਡ ਕਰਕੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਕਿਸ ਤਰ੍ਹਾਂ ਗੁਰੂ ਸਾਹਿਬ ਕਹਿ ਰਹੇ ਹਨ। ਅਹੁਦੇ ਹੈ, ਜਾਇਦਾਦ ਹੈ, ਇੱਛਾਵਾਂ, ਜੋ ਸਾਡੀਆਂ ਪੋਜੀਸ਼ਨਸ ਹੈ, ਸਾਡੀਆਂ ਪੋਜੀਸ਼ਨਸ ਹੈ, ਸਾਡੀਆਂ ਡਿਜ਼ਾਇਰਸ ਹੈ, ਇਹ ਸਾਰੇ ਡਰ ਉਹਨਾਂ ਨਾਲ ਹੀ ਜੁੜੇ ਹੋਏ ਹਨ ਤੇ ਇਹਨਾਂ ਨਾਲ ਸਾਰੇ ਐਸੋਸੀਏਟਿਡ ਫੀਅਰਸ ਹੈ। ਔਰ ਇਹਨਾਂ ਦੇ ਨਾਲ ਸਾਡੇ ਜਿਹੜੇ 5 ਵਿਕਾਰ ਹੈ ਉਹ ਵੀ ਸਾਹਮਣੇ ਆ ਜਾਂਦੇ ਆ। ਅਗਰ ਇਹ 5 ਵਿਕਾਰ ਨਹੀਂ ਹੈ, ਸਮਝੋ ਕਿ ਸਾਨੂੰ ਇਹਨਾਂ ਚੀਜ਼ਾਂ ਦੀ ਚਿੰਤਾ ਵੀ ਨਹੀਂ ਹੈ, ਸਾਨੂੰ ਡਰ ਵੀ ਨਹੀਂ ਹੈ। ਸੋ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹ ਸਾਰੇ ਦੇ ਸਾਰੇ ਪ੍ਰਗਟ ਹੋ ਕੇ ਅਗਰ ਸਾਹਮਣੇ ਆ ਰਹੇ ਹਨ, ਸਿਰਫ ਈਗੋ ਵੀ ਅਗਰ ਸਾਹਮਣੇ ਆ ਰਹੀ ਹੈ, ਕਿਸੇ ਫਾਰਮ ਦੇ ਵਿੱਚ ਗਰੀਡ ਆ ਰਹੀ ਹੈ ਜਾਂ ਗੁੱਸਾ ਆ ਰਿਹਾ, ਐਂਗਰ ਆ ਰਿਹਾ, ਤੇ ਇਹਦਾ ਮਤਲਬ ਅਸੀਂ ਕਿਸੇ ਨਾ ਕਿਸੇ ਦੁਨਿਆਵੀ ਚੀਜ਼ ਦੇ ਨਾਲ ਆਪਣੇ ਆਪ ਨੂੰ ਜੋੜ ਕੇ ਦੇਖ ਸਕਦੇ ਹਾਂ ਜਿਸ ਦੀ ਵਜ੍ਹਾ ਨਾਲ ਇਹ ਚੱਲ ਰਿਹਾ ਹੈ। ਔਰ ਜੋ ਨਾਮ ਹੈ ਉਹ ਸਾਨੂੰ ਨਿਰਮਲ ਭਾਵ ਤੱਕ ਲੈ ਕੇ ਜਾਏਗਾ, ਅਨਬਲੈਮਿਸ਼ਡ ਫੇਵਰ ਤੱਕ। ਇਸ ਨੂੰ ਅਸੀਂ ਅੱਗੇ ਚੱਲ ਕੇ ਡਿਸਕਸ ਕਰਾਂਗੇ, ਪਰ ਅਸੀਂ ਪਹਿਲੇ ਇਹ ਦੇਖਦੇ ਹਾਂ ਕਿ ਨਾਮ ਜਿਹੜਾ ਹੈ ਉਹ ਸਾਨੂੰ ਕਿਸ ਤਰ੍ਹਾਂ ਸਾਡੇ 5 ਦੁਸ਼ਟਾਂ ਨੂੰ ਕੰਟਰੋਲ 'ਚ ਲਿਆਂਦਾ। ਨਾਮ ਧਿਆਇਨ ਸੁਖ ਫਲ ਪਾਇਨ 8 ਪਹਿਰ ਆਰਾਧੇ, ਤੇਰੀ ਸਰਣ ਤੇਰੇ ਪਰਵਾਸੇ 5 ਦੁਸ਼ਟ ਲੈ ਸਾਧੇ। ਇਹ ਨਾਮ ਹੀ ਹੈ, ਜਦੋਂ ਇਹ 5 ਦੁਸ਼ਟ ਵੀ ਸਾਧੇ ਜਾਣਗੇ ਔਰ ਭੈ ਵੀ ਖਤਮ ਹੋਏਗਾ। ਸੋ ਜੋ ਸੁਖ ਫਲ ਪਾਇਨ ਹੈ ਉਹ ਫੀਅਰਸ ਆਰ ਨਾਟ ਫੀਅਰਫੁਲ। ਸੋ ਹੁਣ ਫੀਅਰਸ ਜਿਹੜੇ ਨੇ ਸਾਡੇ ਫੀਅਰਫੁਲ ਨਹੀਂ ਰਹਿ ਜਾਂਦੇ, ਉਹ ਬੜੇ ਸੁਖੀ ਜੇ ਸੁਖ ਵਾਲੀ ਅਵਸਥਾ 'ਚ ਸਾਨੂੰ ਲੈ ਕੇ ਜਾਣਗੇ। ਅਸੀਂ ਬਹੁਤ ਡਿਟੇਲ 'ਚ ਨਹੀਂ ਡਿਸਕਸ ਕਰ ਪਾਵਾਂਗੇ ਕਿਉਂਕਿ ਸਮੇਂ ਦੀ ਘਾਟ ਹੈ। ਅਵੋਇਡੇਬਲ ਵਰਲਡਲੀ ਫੀਅਰਸ, ਅਸੀਂ ਜਾਣਦੇ ਹਾਂ ਕਿ ਐਜ਼ ਅ ਚਾਈਲਡ ਵੀ ਆਰ ਬੋਰਨ ਵਿਦ 1 ਫੀਅਰ ਓਨਲੀ। ਇੱਕ ਜੋ ਬੱਚਾ ਜਸਟ ਪੈਦਾ ਹੋਇਆ ਉਹਨੂੰ ਸਿਰਫ ਤੇ ਸਿਰਫ ਇੱਕ ਫੀਅਰ ਹੁੰਦਾ ਹੈ, ਔਰ ਉਹ ਫੀਅਰ ਹੁੰਦਾ ਹੈ fear of loud sounds। ਉੱਚੀ ਆਵਾਜ਼ ਦਾ ਫੀਅਰ ਹੈ, ਉਸ ਤੋਂ ਇਲਾਵਾ ਬੱਚੇ ਨੂੰ ਕੋਈ ਫੀਅਰ ਨਹੀਂ ਹੁੰਦਾ। ਔਰ ਕਰੀਬ ਹਰ ਬੱਚੇ, ਨਵੇਂ ਜਨਮੇ ਬੱਚੇ ਨੂੰ ਉੱਚੀ ਆਵਾਜ਼ ਤੇ ਅਗਰ ਕੋਈ ਆਸ-ਪਾਸ ਆਏਗੀ ਬੱਚਾ ਰੋਣ ਲੱਗ ਜਾਂਦਾ, ਉਹਨੂੰ ਡਰ ਲੱਗਦਾ। ਔਰ ਇਸ ਤੋਂ ਇਲਾਵਾ ਜਿਤਨੇ ਵੀ ਫੀਅਰ ਹੈ ਉਹ ਸਾਨੂੰ ਆਪਣੀ ਸੋਸਾਇਟੀ ਤੋਂ ਮਿਲਦੇ ਹੈ, ਆਪਣੇ ਸਮਾਜ ਤੋਂ, ਆਪਣੇ ਘਰੋਂ, ਆਪਣੇ ਆਸ-ਪਾਸ ਤੋਂ, এনवायरमेंट ਤੋਂ ਹੀ ਮਿਲਦੇ ਹੈ। ਉਹ ਸਾਰੇ ਸੁਪਰਫਿਸ਼ੀਅਲ ਹੈ। ਇਨਫੈਕਟ ਇਹ ਉੱਚੀ ਆਵਾਜ਼ ਵਾਲਾ ਵੀ ਸੁਪਰਫਿਸ਼ੀਅਲ ਹੀ ਹੈ, ਪਰ ਇੱਕ ਕੁਦਰਤ ਦੀ ਦੇਣ ਹੈ। ਸੋ ਆਲ ਅਦਰ ਫੀਅਰਸ ਆਰ ਗਿਵਨ ਬਾय ਅਦਰਸ। ਸੋ ਬਾਕੀ ਸਾਨੂੰ ਜਿਉਂ-ਜਿਉਂ ਵੱਡੇ ਹੁੰਦੇ ਆ ਅਸੀਂ ਉਹ ਫੀਅਰ ਸਿੱਖਦੇ ਹਾਂ ਵੀ ਤੂੰ ਕਲਾਸ ਫਸਟ ਨਹੀਂ ਆਏਗਾ ਤੇ ਤੇਰੀ ਇਹ ਮੁਸ਼ਕਿਲ ਹੋਏਗੀ, ਇੰਨੇ ਮਾਰਕਸ ਨਹੀਂ ਆਏਗਾ, ਜੌਬ ਨਹੀਂ ਮਿਲੇਗੀ, ਬੜਾ ਕੁਝ ਚੱਲਦਾ ਹੈ। ਮਤਲਬ ਅਸੀਂ ਸਾਰਾ ਦਿਨ ਫੀਅਰ ਦੇ ਬਾਰੇ ਸੁਣਦੇ ਹਾਂ, ਜਾਣਦੇ ਹਾਂ, ਉਹਨਾਂ ਨੂੰ ਆਪਣੇ ਮਾਈਂਡ 'ਚ ਜਾ ਕੇ ਵਸਾ ਲੈਂਦੇ ਹਾਂ। ਸੋ ਜਿਹੜੇ ਬਚਣ ਯੋਗ ਡਰ ਹੈ ਉਹਨਾਂ ਤੇ ਅਸੀਂ ਕਾਬੂ ਪਾਣਾ ਹੈ। ਸੋ ਅਸੀਂ ਪਹਿਲਾਂ ਦੇਖਾਂਗੇ ਕਿੰਨੇ ਟਾਈਪ ਦੇ ਸਾਡੇ ਫੀਅਰ ਹੈ, ਵਰਲਡਲੀ ਫੀਅਰ ਜਿਨ੍ਹਾਂ ਨੂੰ ਅਸੀਂ ਕਿਹਾ। ਸੋ ਅਵੋਇਡੇਬਲ ਵਰਲਡਲੀ ਫੀਅਰਸ ਹੈ, ਇੱਕ ਤੇ ਹੈ ਡੈਥ ਦਾ, ਮੌਤ ਦਾ ਡਰ। ਦੂਸਰਾ ਹੈ ਅਨਿਸ਼ਚਿਤਤਾ ਦਾ ਡਰ, ਅਨਸਰਟਨਿਟੀ। ਤੀਸਰਾ ਵੈਰੀ, ਕੋਈ ਐਨੀਮੋਸਿਟੀ ਹੈ, ਕਿਸੇ ਨਾਲ ਵੈਰ ਹੋ ਗਿਆ, ਉਹਦੇ ਤੋਂ ਡਰ ਲੱਗਦਾ ਲੋਕਾਂ ਨੂੰ। ਔਰ ਇੱਕ ਫੇਕ ਫੀਅਰਸ ਵੀ ਹੁੰਦੇ ਆ। ਇਹ 4 ਕੈਟੇਗਰੀਆਂ ਹੋਰ ਵੀ ਹੋਣਗੀਆਂ, ਪਰ ਇਹ ਮੇਜਰ 4 ਕੈਟੇਗਰੀਜ਼ ਨੇ ਜਿਨ੍ਹਾਂ ਵਿਚਕਾਰ ਸਾਡੇ ਜ਼ਿਆਦਾਤਰ ਫੀਅਰਸ ਕਵਰ ਹੁੰਦੇ ਆ। ਸੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਡੈਥ ਦੀ। ਔਰ ਗੁਰੂ ਸਾਹਿਬਾਨ ਨੂੰ ਕਹਿੰਦੇ ਹਨ ਕਿ ਪਹਿਲਾ ਮਰਨ ਕਬੂਲ ਜੀਵਨ ਕੀ ਛਡਾਸ, ਹੋ ਸਭਨਾ ਕੀ ਰਣਕਾ ਤੋ ਆਓ ਹਮਾਰੇ ਪਾਸ। ਗੁਰੂ ਸਾਹਿਬ ਕਹਿੰਦੇ ਤੁਹਾਡੀ ਇੱਕ ਤਰ੍ਹਾਂ ਦੀ ਪ੍ਰੀ ਕੰਡੀਸ਼ਨ ਹੈ ਕਿ ਜੇ ਤੁਸੀਂ ਇਸ ਰਾਹ ਮਾਰਗ ਤੇ ਚੱਲਣਾ ਹੈ ਤੇ ਮਰਨ ਨੂੰ ਕਬੂਲ ਕਰਕੇ ਆਣਾ। ਮੌਤ ਕਿਸ ਟਾਈਮ ਆਏਗੀ ਇਹ ਕੋਈ ਨਹੀਂ ਜਾਣਦਾ, ਅਗਲਾ ਪਲ ਵੀ ਮੌਤ ਹੋ ਸਕਦਾ ਹੈ, ਅਗਲੇ 50 ਸਾਲ ਤੱਕ ਵੀ ਨਾ ਆਏ, ਇਹ ਵੀ ਹੋ ਸਕਦਾ ਹੈ। ਅਸੀਂ ਕੋਈ ਨਹੀਂ ਜਾਣਦੇ ਮੌਤ ਕਦੋਂ, ਕਿਸ ਫਾਰਮ 'ਚ ਕਦੋਂ ਆਏਗੀ। ਇਹ ਮੰਨ ਕੇ ਚੱਲੋ ਮੌਤ ਨੇ ਆਣਾ ਹੈ। ਇਹ ਤੇ ਇੱਕ ਦਰਿਆ ਹੈ ਜੋ ਵਗਦਾ ਜਾ ਰਿਹਾ, ਕਿਸ ਵੇਲੇ ਕਿਹੜਾ ਦਰਿਆ 'ਚ ਕਿਹੜਾ ਅੱਗੋਂ ਨਿਕਲ ਗਿਆ, ਉਹ ਇੱਕ ਤਰ੍ਹਾਂ ਦਾ ਮੌਤ ਦਾ ਛਣ ਬਣ ਗਿਆ। ਸੋ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਜੀਵਨ ਦੀ ਆਸ ਨੂੰ ਛੱਡਣਾ ਪਏਗਾ। ਅਗਰ ਜੀਵਨ ਨਾਲ ਚਿਪਕ ਕੇ ਰਹੋਗੇ ਕਿ ਮੈਂ ਤੇ ਜੀਣਾ ਹੀ ਜੀਣਾ ਹੈ ਹਮੇਸ਼ਾ, ਤਾਂ ਫਿਰ ਬਹੁਤ ਮੁਸ਼ਕਿਲ ਹੈ, ਫਿਰ ਉਹ ਡਰ ਕਦੀ ਨਹੀਂ ਜਾਏਗਾ।
ਇਹ ਨਹੀਂ ਕਿ ਅਸੀਂ ਆਪਣੇ ਜੀਵਨ ਨੂੰ ਕਿਸੇ ਖਤਰੇ 'ਚ ਪਾਣਾ, ਪਰ ਇਸ ਗੱਲ ਦਾ ਭੈ ਕਿ ਮੈਂ ਇੱਕ ਦਿਨ ਮਰ ਜਾਣਾ, ਉਹਦੇ ਨਾਲ ਇਨਸਾਨ ਚਿੰਤਾ ਵਿੱਚ ਡੁੱਬਿਆ ਰਵੇ, ਉਹਦੇ ਨਾਲ ਐਕਚੁਅਲ ਦੇ ਵਿਚਕਾਰ ਮੌਤ ਹਰ ਪਲ ਆ ਰਹੀ ਹੁੰਦੀ ਹੈ। ਸੋ ਜੋ ਫੀਅਰ ਆਫ ਡੈਥ ਹੈ, ਗੁਰੂ ਸਾਹਿਬ ਨੇ ਬਹੁਤ ਕਲੀਅਰ ਕੀਤਾ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੇ ਕਾਲ ਨਾਨਕ ਹਰ ਗੁਣ ਗਾਇ ਲੈ ਛਾੜ ਸਗਲ ਜੰਜਾਲ। ਸੋ ਗੁਰੂ ਸਾਹਿਬ ਦਾ ਫਰਮਾਨ ਹੈ ਕਿ ਜੋ ਵੀ ਉਪਜਿਆ, ਚਾਹੇ ਉਹ ਸ੍ਰਿਸ਼ਟੀ ਵੀ ਹੈ, ਸ੍ਰਿਸ਼ਟੀ ਨੇ ਵੀ ਇੱਕ ਦਿਨ ਖਤਮ ਹੋਣਾ ਹੈ, ਧਰਤੀ ने खत्म होना है, सूरज ने होना है, हर इंसान ने होना है, हर जानवर ने होना है, हर पशु पक्षी पेड़ सब ने खत्म होना है। सो जो भी उपजया उनने विनसना है। ये इंसान बारे नहीं लिखा, गुरु साहब तो कह रहे हैं जो भी उपजया है, वट एवर हैज बीन क्रिएटेड इज पेरिशेबल। ये रूल है, अगर वो क्रिएट होया तो उनने जाना भी है। So preparing to accept death is the first step towards eliminating all other fears। क्योंकि अगर ये fear घट जाता है या खत्म हो जाता है तो बहुत सारे डर खत्म हो जाते हैं। So if we do not accept death, we die a death every day। अगर असी death ਨੂੰ कबूल नहीं करते, फिर असी एक तरह नाल होर हर रोज एक तरह दी मौत मर रहे होंदे हैं। So death is actually the single most beautiful concept after the concept of creation। अगर असी कदी बैठ के सोचिए कि इंसान की कदी डेथ होएगी नहीं, तो एक बड़ा भयानक जिहा रूप साडे सामने आएगा इस सृष्टि का, और जो असी सोच भी नहीं सकते कितना गंदा स्वरूप होएगा। सो द सेकंड बेस्ट कॉन्सेप्ट आफ्टर द कॉन्सेप्ट ऑफ क्रिएशन इज द कॉन्सेप्ट दैट दिस एवरीथिंग इज पेरिशेबल एंड इट हैज टू गो। हुण असी गल कहिए अनसर्टेनिटी, अनिश्चिततावां दी गल, ਤੇ ਇਹਦੇ ਵਿਚਕਾਰ ਸਾਡੇ ਕੋਲ ਅਨਸਰਟੇਨਟੀ ਬਹੁਤ ਤਰ੍ਹਾਂ ਦੀ ਹੈ, ਸਫਰਿੰਗਸ ਦੀ ਹੈ, ਫੇਲਿਅਰ ਔਰ ਰਿਜੈਕਸ਼ਨ ਦੀ ਅਨਸਰਟੇਨਟੀ ਹੈ, ਸਾਨੂੰ ਇਰੋਜਨ ਜਾਂ ਲਾਸ ਨੁਕਸਾਨ ਹੋਣ ਦੀ ਅਨਸਰਟੇਨਟੀ ਹੈ, ਔਰ ਹੋਰ ਵੀ ਕਈ ਤਰ੍ਹਾਂ ਦੀਆਂ ਅਨਸਰਟੇਨਟੀਜ਼ ਹੈ। ਸੋ ਜ਼ਿੰਦਗੀ ਦੀਆਂ ਜਿਤਨੀਆਂ ਅਨਸਰਟੇਨਟੀਜ਼ ਹੈ ਉਹ ਸਾਨੂੰ ਕਿਤੇ ਨਾ ਕਿਤੇ ਭੈ ਵੱਲ ਲੈ ਕੇ ਜਾਂਦੀਆਂ, ਔਰ ਬਾਣੀ ਦੇ ਸਾਨੂੰ ਸੇਧ ਵਿੱਚ ਦੇਖਣਾ ਹੈ ਕਿ अनसर्टेनिटी बारे गुरु साहब की कहते जे सुख दे ता तुझे आराधी, दुख भी तुझे त्याई, जे भुख दे ता ऐत ही राजा, दुख विच सुख मनाई। बहुत ही वड्डी गल गुरु साहब ने कही है। ये किसी भी धर्म दे विचकार, किसी धर्म ग्रंथ दे विचकार सानू नहीं कदी ऐसा सुनन नू मिलिया कि किसी ने इन्नी वड्डी गल कही होए कि जे भुख दे ता ऐत ही राजा, मैं उहदे विच भी राजी हाँ, दुख विच सुख मनाई, कि उस दुख दे विच मैं सुख भी मना सकदा क्योंकि परमात्मा है तेरा दिता हुआ। और एडी वड्डी मतलब सानू एक तरह की बख्शिश है गुरबाणी दी कि सानू अगर ये सूत्र समझ आ जाए, एक मैसेज समझ आ जाए, तो बहुत सारे साडे जिहड़े दुख हैं वो खत्म हो सकते हैं कि असी जो होएगा परमात्मा दे हुक्म च अच्छा ही होएगा, सानू मंजूर है। असी यही कहांगे परमात्मा दी ये बख्शिश है, परमात्मा दी साडे ते मेहर है। तो जितनियां अनसर्टेनिटीज दे दुख हैं कि होने वाला है, अरे जो होएगा बहुत अच्छा होएगा, परमात्मा कर रहा है। वो चाहे दुनियावी तौर पे अच्छा होए या ना होए, उन्होंने असी दुख भी कहते होइए दुनियावी तौर पे, पर असी परमात्मा दी रजा दे विच हुक्म रजाई चलना दे विच आके असी उन्होंने सुख दे विच कन्वर्ट कर सकते हैं। सो असी ये देखिए कि जे भुख दे ता ऐथी राजा, दुख विच सुख मनाई, इहदे सानू की सबक मिलते हैं। इस पंक्ति दे विचों किन्ने वड्डे मैसेजेस बाहर आते हैं, थोड़ा जिहा उहदे ते विचार करिए कि हर चीज की एक सुंदरता होंदी है जो हर कोई नहीं देख सकता। परमात्मा दे कीते हर कृत दे विच कोई खूबसूरत चीज है जो हर कोई नहीं देख सकता, और जो नहीं देख सकते वो फिर अपना फीयर विच रहिंदे ने, दुख विच रहिंदे ने, एग्जाइटी च रहिंदे ने, क्योंकि परमात्मा ने कीता जरूर उहदे पिछे कोई सुंदरता होएगी और वो सुंदरता कोई ही देख सकता है। एक लैसन तो सानू इहदे चों ये मिलता है। दूसरा ये मिलता है हर असफलता सानू कुछ नवां सिखाउंदी है। वो नवां साडे लिए फायदेमंद हो सकता है, सोसाइटी लिए फायदेमंद हो सकता है, और किसी लिए फायदेमंद हो सकता है। हर असफलता दे पिछे असीं कुछ सीखते हैं, और जे असीं असफल नहीं हुंदे ते नवां सीखण दी संभावना भी घट जाती है। एक जो अनसर्टेनिटी दे विचकारों जो रिजल्ट आया है, असफलतावां साडे हंकार नूं काबू विच रखदियां। अगर ऐसा हो जाए कि असी जो चाहिए सानू वही मिलेगा हमेशा, फिर इंसान का जो अहंकार है वो बेकाबू हो जाएगा, और जब तक अहंकार काबू च आके अहंकार खत्म ना होए
ਸਾਡੀ ਪਰਮਾਤਮਾ ਨਾਲ ਮਿਲਣ ਦੀ ਸੰਭਾਵਨਾ ਵੀ ਖਤਮ ਹੋ ਸਕਦੀ ਹੈ। ਇਸ ਕਰਕੇ ਜੋ ਅਸਫਲਤਾਵਾਂ ਹੈ ਉਹਨਾਂ ਦਾ ਇੱਕ ਆਪਣਾ ਬਹੁਤ ਪੋਜ਼ਿਟਿਵ ਸਾਈਡ ਹੈ ਕਿ ਸਾਡੇ ਅਹੰਕਾਰ ਨੂੰ ਕੰਟਰੋਲ 'ਚ ਰੱਖਦੀਆਂ ਨੇ। ਐਂਡ ਅਸਫਲਤਾਵਾਂ ਜਿਹੜੀਆਂ ਨੇ ਦੂਜਿਆਂ ਨਾਲ ਹਮਦਰਦੀ ਪੈਦਾ ਕਰਨ ਵਿੱਚ ਵੀ ਸਾਡੀ ਮਦਦ ਕਰਦੀਆਂ, ਵਟ ਵੀ ਕਾਲ ਐਜ਼ ਐਮਪੈਥੀ। ਅਗਰ ਅਸੀਂ ਜ਼ਿੰਦਗੀ 'ਚ ਸਫਲ ਨਹੀਂ ਹੋਵਾਂਗੇ ਤੇ ਜੋ ਦੂਸਰਿਆਂ ਨਾਲ ਜੋ ਵਾਪਰੀ ਹੈ ਸਾਨੂੰ ਉਹਦਾ ਕਦੀ ਅਹਿਸਾਸ ਹੀ ਨਹੀਂ ਹੋਏਗਾ ਕਿ ਉਹ ਕਿਸ ਸਟੇਜ ਦੇ ਵਿੱਚੋਂ ਨਿਕਲ ਕੇ ਜਾ ਰਿਹਾ ਹੈ ਇਨਸਾਨ। ਸੋ ਦੂਸਰਿਆਂ ਨਾਲ ਹਮਦਰਦੀ ਵੀ ਤਾਂ ਹੀ ਹੋਏਗੀ ਜਦੋਂ ਅਸੀਂ ਉਸ ਦਰਦ ਨੂੰ ਇੱਕ ਵਾਰ ਸਹਿ ਕੇ ਉਸ ਤੋਂ ਅੱਗੇ ਨਿਕਲ ਜਾਵਾਂਗੇ, ਤਾਂ ਹੀ ਅਸੀਂ ਦੂਸਰੇ ਦੇ ਦਰਦ ਨੂੰ ਵੀ ਸਮਝ ਸਕਦੇ ਹਾਂ। ਔਰ ਫਾਈਨਲੀ ਗੁਰੂ ਸਾਹਿਬ ਜਦੋਂ ਕਹਿੰਦੇ ਦੁੱਖ ਵਿੱਚ ਸੁਖ ਮਨਾਈ, ਕਹਿੰਦੇ ਜ਼ਿੰਦਗੀ ਤੇ ਇੱਕ ਜਸ਼ਨ ਹੈ, ਲਾਈਫ ਇਜ਼ ਅ ਸੈਲੀਬ੍ਰੇਸ਼ਨ। ਇੱਥੋਂ ਤੱਕ ਕਿ ਅਸਫਲਤਾਵਾਂ ਦਾ ਵੀ ਸੈਲੀਬ੍ਰੇਸ਼ਨ ਹੈ, ਇਨਕਲੂਡਿੰਗ ਦੈਟ ਆਫ ਦ ਫੇਲਿਅਰਸ, ਕਿ ਲਾਈਫ ਇਜ਼ ਅ ਸੈਲੀਬ੍ਰੇਸ਼ਨ। ਵੀ ਆਰ ਬੋਰਨ ਐਜ਼ ਹਿਊਮਨ ਬੀਇੰਗ, ਵੀ ਆਰ ਸਪੋਜ਼ਡ ਟੂ ਲਿਵ a life which is full of celebrations only। ਔਰ ਉਹ ਸੈਲੀਬ੍ਰੇਸ਼ਨ ਦੇ ਨਾਲ ਹੀ ਪਰਮਾਤਮਾ ਦੇ ਕੋਲ ਅਸੀਂ ਪਹੁੰਚ ਸਕਦੇ ਹਾਂ। ਅਸੀਂ ਮੂੰਹ ਲਟਕਾ ਕੇ ਘਬਰਾਏ ਹੋਏ ਚਿੰਤਾਵਾਂ ਦੇ ਵਿਚਕਾਰ ਕਦੀ ਪਰਮਾਤਮਾ ਦੀ ਡਾਇਰੈਕਸ਼ਨ 'ਚ ਨਹੀਂ ਜਾ ਸਕਦੇ। ਸੋ ਬਹੁਤ ਹੀ ਇੰਪੋਰਟੈਂਟ ਮੈਸੇਜ ਹੈ, ਜੇ ਭੁੱਖਦੇ ਤਾਂ ਐਤ ਹੀ ਰਾਜਾ। ਭੁੱਖਦੇ ਦਾ ਮਤਲਬ ਇਹ ਨਹੀਂ ਕਿ ਭੁੱਖਾ ਰੱਖੇ, ਭੁੱਖ ਦਾ ਮਤਲਬ ਜਦੋਂ ਮੇਰੀਆਂ ਇੱਛਾਵਾਂ ਨਹੀਂ ਪੂਰੀਆਂ ਹੋਈਆਂ। ਦੁੱਖ ਵਿੱਚ ਸੁਖ ਮਨਾਈ, ਬਹੁਤ ਹੀ ਗਹਿਰਾ ਮਤਲਬ ਹੈ। ਅਸੀਂ ਅੱਗੇ ਚੱਲ ਕੇ ਦੇਖਦੇ ਹਾਂ ਹੁਣ ਐਨੀਮੋਸਿਟੀ, ਵੈਰੀ ਹੋਣ ਦੇ ਜਿਹੜੇ ਸਾਨੂੰ ਫੀਅਰ ਹੁੰਦੇ ਨੇ। ਤੇ ਇੱਥੇ ਗੁਰੂ ਸਾਹਿਬ ਕਹਿੰਦੇ ਨੇ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਨ ਤਾਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਸੋ ਅਗਰ ਅਸੀਂ ਗਿਆਨ ਦੀ ਅਵਸਥਾ ਜਾਣਾ, ਆਹਿਸਤਾ ਆਹਿਸਤਾ ਗਿਆਨ ਤੋਂ ਰੀਅਲਾਈਜੇਸ਼ਨ ਵੱਲ ਜਾਣਾ, ਇਹ ਅਸੀਂ ਦੇਖੀਏ ਕਿ ਸਾਡੀ ਭਾਸ਼ਾ ਐਸੀ ਨਾ ਹੋਏ ਕਿ ਅਸੀਂ ਕਿਸੇ ਨੂੰ ਡਰਾ ਤੇ ਨਹੀਂ ਰਹੇ ਹਾਂ ਕਿਤੇ। ਉਹੀ ਜੋ ਅਸੀਂ ਪਹਿਲੇ ਗੱਲ ਕੀਤੀ ਸੀ ਕਿ ਅਸੀਂ ਬਚਪਨ ਤੋਂ ਹੀ ਕਈ ਵਾਰ ਬੱਚਿਆਂ ਨੂੰ ਡਰਾਉਂਦੇ ਹਾਂ, ਉਹਨਾਂ ਦੇ ਮਨ ਦੇ ਵਿੱਚ ਅਸੀਂ ਫੀਅਰ ਅਲੱਗ-ਅਲੱਗ ਤਰ੍ਹਾਂ ਦੇ ਪਾ ਦਿੰਦੇ ਹਾਂ, ਔਰ ਉਹ ਫੀਅਰ ਉਹਨਾਂ ਦੇ ਮਾਈਂਡ 'ਚ ਫਿਰ ਇੱਕ ਪਰਮਾਨੈਂਟ ਘਰ ਕਰ ਜਾਂਦੇ ਨੇ। ਉਹ ਫਿਰ ਜ਼ਿੰਦਗੀ ਕਈ ਚੀਜ਼ਾਂ ਤੋਂ ਡਰਦੇ ਨੇ। ਸੋ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਨ ਤਾਨ, ਨਾ ਹੀ ਕੋਈ ਹੋਰ ਸਾਨੂੰ ਡਰਾਏ ਤੇ ਅਸੀਂ ਉਹਨੂੰ ਐਜ਼ ਏ ਡਰ ਲੈਣਾ। ਅਸੀਂ ਡਰਨਾ ਹੀ ਨਹੀਂ ਹੈ, ਉਹ ਅਗਲਾ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ, ਅਸੀਂ ਨਹੀਂ ਡਰਨਾ। ਇਹ ਸਾਡੀ ਆਪਣੀ ਮਨ ਦੀ ਅਵਸਥਾ ਹੀ ਹੋਣੀ ਚਾਹੀਦੀ ਹੈ। ਔਰ ਜੇ ਅਸੀਂ ਕਿਸੇ ਦੇ ਡਰਾਉਣ ਨਾਲ ਡਰ ਜਾਵਾਂਗੇ ਤੇ ਫਿਰ ਅਸੀਂ ਉਹਦੇ ਕੰਟਰੋਲ 'ਚ ਆ ਜਾਵਾਂਗੇ। ਸੋ ਇਹ ਇੱਕ ਨਾ ਤੇ ਵੀ ਹੈਵ ਟੂ ਨੀਦਰ ਵੀ ਹੈਵ ਟੂ ਫਰਾਈਟਨ ਐਨੀਵਨ ਔਰ ਨੋਰ ਵੀ ਸ਼ੁੱਡ ਬੀ ਅਫਰੇਡ ਆਫ ਐਨੀਵਨ। ਸੋ ਇਹ ਐਨੀਮੋਸਿਟੀ ਦਾ ਦੁੱਖ ਸਾਨੂੰ ਨਹੀਂ ਹੋਏਗਾ। ਆਹਿਸਤਾ ਆਹਿਸਤਾ ਸਾਨੂੰ ਉਹ ਸਟੈਪ ਵੀ ਲੈਣੇ ਚਾਹੀਦੇ ਹਨ ਤਾਂ ਕਿ ਐਨੀਮੋਸਿਟੀ ਖਤਮ ਹੀ ਹੋ ਜਾਏ, ਤਾਂ ਕਿ ਜੋ ਸਾਡਾ ਆਪਸ ਵੈਰ ਹੈ ਖਤਮ ਹੋ ਜਾਏ। ਪਰ ਅਗਰ ਅਸੀਂ ਵੈਰ ਖਤਮ ਕਰਨਾ ਵੀ ਚਾਹੀਏ, ਹੋ ਸਕਦਾ ਹੈ ਦੂਸਰਾ ਨਾ ਖਤਮ ਕਰਨਾ ਚਾਹੇ ਤੇ ਅਸੀਂ ਉੱਥੇ ਛੋੜ ਸਕਦੇ ਹਾਂ ਉਹਨੂੰ, ਪਰ ਅਸੀਂ ਡਰਨਾ ਨਹੀਂ ਹੈ ਕਿਸੇ ਤੋਂ। So our preparedness to meet any eventuality eliminates the fear of others and animosity। ਜੋ ਹੋਏਗਾ ਦੇਖੀ ਜਾਏਗੀ। ਹੁਣ ਅਗਲਾ ਸਾਡੇ ਤੋਂ ਪਰੇਸ਼ਾਨ ਹੈ, ਕੁਝ ਕਰਨਾ ਚਾਹ ਰਿਹਾ, ਕੁਝ ਵੀ, ਪਰ ਅਗਰ ਅਸੀਂ ਵੀ ਆਪਣਾ ਫੀਅਰ ਸ਼ੋ ਕਰਾਂਗੇ ਤੇ ਦੂਸਰਾ ਜ਼ਿਆਦਾ ਪਾਵਰਫੁਲ ਹੋ ਜਾਏਗਾ। So we don't have to fear ourselves from others also। ਬਾਕੀ ਫੇਕ ਫੀਅਰਸ ਹੈ, ਅਸੀਂ ਇਹਦੇ ਬਾਰੇ ਵੀ ਇੱਕ ਵਾਰ ਪਹਿਲੇ ਜ਼ਿਕਰ ਕੀਤਾ ਸੀ। ਜੋ ਸੁਪਰਸਟੀਸ਼ਨ, ਕੰਪਲਾਇੰਸ, ਕੋਈ ਕਹਿ ਦਿੰਦਾ ਜੀ ਅੱਜ ਫਲਾਣਾ ਦਿਨ ਹੈ, ਤੁਸੀਂ ਪਤਾ ਨਹੀਂ ਅੱਜ ਕੱਪੜੇ ਧੋ ਲਏ, ਜਾਂ ਅੱਜ ਕਊਆ ਬੈਠਿਆ ਸੀ ਬਾਹਰ, ਜਾਂ ਜੋ ਵੀ ਹੈ। ਬੜੀ ਤਰ੍ਹਾਂ ਦੇ ਸੁਪਰਸਟੀਸ਼ਨ ਚੱਲਦੇ हैं। ਜੋ ਸੁਪਰਸਟੀਸ਼ਨ ਹੈ ਹਮਰਾ ਭਰਮ ਗਿਆ ਭਉ ਭਾਗਾ ਜਬ ਰਾਮ ਨਾਮ ਚਿਤ ਲਾਗਾ, ਕਿ ਇੱਕ ਵਾਰ ਰਾਮ ਦੇ ਨਾਮ ਨਾਲ, ਪਰਮਾਤਮਾ ਦੇ ਨਾਮ ਨਾਲ ਚਿਤ ਲੱਗਦਾ ਹੈ ਤੇ ਦੁਨੀਆ ਦੇ ਜਿੰਨੇ ਭਰਮ ਭੁਲਾਵੇ ਆ ਜੋ ਸਾਨੂੰ ਡਿਸਟਰੈਕਟ ਕਰਦੇ ਆ ਪਰਮਾਤਮਾ ਦੇ ਮਾਰਗ ਤੋਂ, ਉਹਨਾਂ ਤੋਂ ਹੀ ਅਸੀਂ ਵਾਂਝੇ ਹੋ ਜਾਂਦੇ ਹਾਂ, ਉਹਨਾਂ ਤੋਂ ਅਸੀਂ ਪਰੇ ਹੋ ਜਾਂਦੇ ਹਾਂ। ਸੋ ਸਾਡਾ ਪਰਮਾਤਮਾ ਦੇ ਨਾਲ ਹਿਰਦਾ ਜੁੜਾ ਰਹਿੰਦਾ ਹੈ ਔਰ ਇਹਨਾਂ ਸਾਰੀਆਂ ਚੀਜ਼ਾਂ ਤੋਂ ਅਸੀਂ ਬਖਸ਼ੇ ਜਾ ਸਕਦੇ ਹਾਂ। ਸੋ ਨਾਮ ਦਾ ਇੱਥੇ ਵੀ ਸਾਨੂੰ ਰੰਗ ਨਜ਼ਰ ਆਏਗਾ। ਸੋ ਅਸੀਂ ਹੁਣ 4 ਤਰ੍ਹਾਂ ਦੇ ਜਦੋਂ ਕੀਤੇ ਆ ਸੁਪਰਸਟੀਸ਼ਨ ਦੇ ਬਾਰੇ, ਜਿਵੇਂ ਅਸੀਂ ਜਾਣਦੇ ਹਾਂ ਲੋਕ ਘਰਾਂ ਦੇ ਬਾਹਰ ਕੁਝ ਐਸਾ ਬਜਰ ਬੱਟੂ ਵੀ ਟੰਗ ਦਿੰਦੇ ਆ ਕਿ ਘਰ ਨੂੰ ਕੋਈ ਨਜ਼ਰ ਨਾ ਲੱਗ ਜਾਏ। ਉਹ ਸਾਡਾ ਸਿਸਟਮ ਨਹੀਂ ਹੈ, ਸਾਨੂੰ ਇਸ ਤੋਂ ਬਚ ਕੇ ਰਹਿਣਾ। ਸਾਨੂੰ ਸੇਧ ਲੈਣੀ ਹੈ ਕਬੀਰ ਜੀ ਤੋਂ, ਜੋ ਕਿ ਆਪਣੇ ਚਲਾਣੇ ਤੋਂ ਪਹਿਲਾਂ ਕਾਸ਼ੀ ਤੋਂ ਛੱਡ ਕੇ ਮਗਰ ਚਲੇ ਗਏ, ਜਿੱਥੇ ਕਿ ਮੰਨਿਆ ਜਾਂਦਾ ਸੀ ਮਗਰ ਤੋਂ ਜਾਣਦਾ ਅਗਰ ਇਨਸਾਨ ਤੇ ਉਹ ਨਰਕ ਪਹੁੰਚਦਾ ਹੈ, ਜੋ ਕਾਸ਼ੀ ਤੋਂ ਜਾਂਦੇ ਨੇ ਉਹ ਸਵਰਗ ਵਿੱਚ ਪਹੁੰਚ ਜਾਂਦੇ ਆ। ਤੇ ਕਬੀਰ ਦਾਸ ਜੀ ਦੀ ਤੁਸੀਂ ਹਿੰਮਤ ਦੇਖੋ, ਉਸ ਜ਼ਮਾਨੇ ਦੇ ਵਿਚਕਾਰ ਜਦੋਂ ਅੱਜ ਤੋਂ 700 ਸਾਲ 650 ਸਾਲ ਪਹਿਲੇ, ਜਦੋਂ ਕਿ ਲੋਕ ਬਹੁਤ ਹੀ ਜ਼ਿਆਦਾ ਸੁਪਰਸਟੀਸ਼ੀਅਸ ਹਨ, ਕੋਈ ਵੀ ਮਗਰ ਦੇ ਵਿੱਚ ਨਹੀਂ ਸੀ ਮਰਨਾ ਚਾਹੁੰਦਾ,
और गुरु साहबान और कबीरदास जी अपना काशी छड़ के मगर विच आके रहन लग गए। कहते जावांगे उत्थों ही जिथों जे परमात्मा को जाना है तो इत्थों भी जावांगे और उत्थों भी जावांगे। तो सुपरस्टिशन तोड़न लई इन्ने वड्डे स्टैप लए हैं। उसी तरह गुरु नानक साहब ने जदों हरिद्वार गए हैं तो पानी अपना खेतों वाल पश्चिम वाल करके ते लोगों नूं एक भ्रम तोड़ रहे हैं कि तुसीं भ्रम च क्यों पे हुए हो, कि पूरब वाल पानी पाण नाल सूरज तक पहुंचेगा, इह सब भ्रम ने। सो असीं भरम भुलाविआं तो बाहर आं। सो हुण जो एक स्टेज है, असीं वर्ल्डली फीयर्स नूं लाइफ तो एलिमिनेट किते बिना अनब्लैमिश्ड फीयर ते नहीं जावांगे, विच इज निर्मल भाव। सो असीं थोड़ा निर्मल भाव नूं समझांगे और फिर देखांगे कि जीवन च साडे किस तरह दा चेंज आंदा है। सो एलिमिनेट वर्ल्डली फीयर्स, टू नाउ वी मूव टू अनब्लैमिश्ड फीयर्स और निर्मल भाव। गुरु साहब कहते बिन भै किने न प्रेम पाया, बिन भै पार न उतरिया कोई। सो विदाउट द फियर ऑफ गॉड हिज लव इज नॉट ऑब्टेन्ड। बिना परमात्मा दे डर दे परमात्मा दा प्यार भी नहीं मिलता। असीं कहते जिहड़े प्यार है और जो डर है वो इक्को सिक्के दे दो पहलू हैं। ये दुनियावी प्यार छुटेगा तो दुनियावी डर भी छुटेगा। परमात्मा दा प्यार बनिया रहेगा तो परमात्मा दा डर भी बनिया रहेगा। So without the fear of God, no one is carried across the other side, right? So नानक जिन मन भाओ तिना मन भाओ, बहुत ही स्पष्ट है कि जिन्हां दे मन विच परमात्मा दा डर है उन्हां दे मन विच ही परमात्मा दा प्यार भी है। और ये एक वो वाला भाव है जिसदी सानू तांग होनी चाहिए। असी अगर लावां दे विच दूसरी लाओ दूजी लाओ देखिए, हर दूजड़ी लाओ सतगुर पुरख मिलाया बलराम जियो, निर्भव भै मन होए हौमे मैल गवाया बलराम जी। निर्मल भाव पाया हर गुण गाया, हर वेखे राम हदूरे। तो इस शब्द दे विचकार निर्मल भाव दा जिक्र आया। निर्मल भाव दा होर भी स्थानां ते गुरबाणी जिक्र आया। सो जो निर्भव भै मन होए, जो भै वाला मन सी वो निर्भव होण जा रहा है दुनियावी तौर पे। सो हौमे मैल, ज्यों ज्यों हौमे दी मैल जा रही है वो हो किस तरह रहा है, जदों सतगुर पुरख मिलाया। सतगुर पुरख मिलाया मतलब सानू शब्द दी जो स्टेजेस दसियां उन्हां ते चलदे होए शब्द दी रियलाइजेशन उन्नू मिलाया क्या गया। सतगुरु पुरख मिलाया ये नहीं कोई आमने सामने बैठ के कोई डिस्कशन हो रही। सतगुरु पुरख तां ही मिलता है साडी बाणी दे हिसाब नाल जदों शब्द नूं असीं चीन के शब्द नूं रियलाइज करके बिलीव करके प्रैक्टिस करके रियलाइज करते हैं। सो जदों वो हुंदा है तां फिर निर्भव भै मन होए। भै मन जिहड़ा सी निर्भव हो के इनू निर्भव होए इनू असीं इस तरह भी पढ़ सकते हैं। भै मन विच लिखिआ कि भै वाला मन निर्भव हो जाता है। सो निर्मल भाव पाया हर गुण गाया, हर वेखे राम हदूरे। इस अवस्था च निर्मल भाव अगर होया तो फिर ते परमात्मा नाल इतना प्यार है कि हर जगह ते परमात्मा ही दिखना शुरू हो जाता है। जदों असीं उहदे गुण गांदे हां उस हर चीज़ दे विच परमात्मा दे गुण दिखते हैं, हर चीज़ दे विच परमात्मा हदूर दिखाई दिंदा है। सो निर्मल भाव की अवस्था दे विच पहुंचना है बहुत आसान नहीं है। सो जो भै मन है वो माइंड फिल्ड विद वर्ल्डली फियर्स है जिसका कि असीं जिक्र कर चुके हैं। और निर्मल भाव है अनब्लैमिश्ड फियर, दुनियावी डर दी कालक तो रहत। ये निर्मल मतलब दुनियावी डरां दी कालक है, उस तो रहत जिहड़ा डर है वो अनब्लैमिश्ड फियर है। सो असीं देखते हाँ कि जो निर्मल भाव है जो डिजायरेबल फियर है, गुरु साहब ने बड़ी क्लियर लिखिया भै बिन कोई न लंघस पार, भै भाव राख्या भाए सवार। कि विदाउट फियर नो वन हैज क्रॉस द वर्ल्ड ओशन। दिस नो विदाउट फियर मीन विदाउट द फियर ऑफ द वाहिगुरु नो वन हैज क्रॉस द वर्ल्ड ओशन इफ द फियर एडॉन्स द डेकोरेटेड लव। कि जदों वो वाला प्यार जिहदे पिछे कि प्यार छुपया होया परमात्मा दा, अगर वो सिर्फ परमात्मा दा डर है तो कोई फायदा नहीं। कई लोग सिर्फ ते सिर्फ परमात्मा दे डर करके ही परमात्मा नूं ते भाव च हुंदे हन, वो निर्मल भाव नहीं है। वो कहंदे वो तां ही निर्मल भाव कहला सकदा है जे उहदे पिछे परमात्मा दा प्यार छुपया होया है।
ਸੋ ਭੈ ਭਉ ਰਾਖਿਆ ਪਾਏ ਸਵਾਰ, ਬੜੀ ਇੰਪੋਰਟੈਂਟ ਲਾਈਨ ਹੈ, ਇਹਨੂੰ ਕੱਲੇ ਨੂੰ ਨਹੀਂ ਪੜਨਾ, ਭੈ ਬਿਨ ਕੋਇ ਨਾ ਲੰਘਸ ਪਾਰ। अदरवाइज तो दुनिया बहुत ऐसे लोग हैं जो कुछ गलत काम भी करते हैं, फिर परमात्मा के डर नाल कुछ कुछ जो रिलीजियस एक्ट है वो भी करते हैं। सो ये वो वाला भै नहीं है, भै बिन कोई ना लंघस पार। भै भौ राख्या पाए सवार बहुत इंपॉर्टेंट है कि असीं निर्मल भौ नूं ठीक तरह समझिए कि ये ना होए कॉइन का इक्को साइड साडे सामने हमेशा होए, प्रेम वाला साइड कॉइन का असीं कदी देखिया ही ना होए कि वो भी एक हुंदा। जिन्हां अंदर सच्चे का भाव ना ही नाम न करे प्यार। हुण सच्चे दा भाव भी जरूरी है ताकि असी नाम दे प्यार विच जुड़ सकीए। हुण नाम दा प्यार नाल नाल जुड़ना है तां ही अंदर सच्चे दा भाव है, डिजायरेबल फीयर है, निर्मल है। इनू बहुत ही ध्यान नाल समझण दी लोड़ है। किथे इत्थे आके बहुत वड्डी दुनिया है जिहड़ी भाव ते है परमात्मा दा पर प्रेम कोई नहीं है। सो वो गल नहीं बनेगी। इत्थे ਅਸੀਂ एग्जाम्पल के तौर पर लेंदे हैं जिथे लव इज ओवर पावरिंग फीयर, कि लव इन्ना ज्यादा है कि वो फीयर नू भी ओवर पावर कर रहा है। जिथे फरीद जी कहते हैं, फरीदा गलीए चिक्कड़ दूर घर नाल प्यारे नेह, चलां तां भिजे कंबली राहां तां टुटे ने। असी सब बहुत बार श्लोक पढ़ चुके हैं। और जो गलीए चिक्कड़ दूर घर है वो साडे दुनियावी फीयर सी ने, नाल प्यारे ने। ये सारे गलीए चिक्कड़ दूर घर वाले ही सानू एहसास देंदे हैं, क्योंकि असी उन्हां फीयर्स दे विच ही डुबे रहीदा। सो दुनिया दे प्रेम, दुनिया दे दुनियावी चीज़ां नाल प्रेम, दुनियावी चीज़ां नाल साडा मोह अहंकार, ये सब गलीए चिक्कड़ ही हन। दूर घर नाल कहंदे है ते प्यारे, पर वो सब मैनू दूर दिखते हैं। चलां तां भिजे कंबली जावां, चगर चलण नाल ये भी पता है कि दुनिया दी सानू कटाक्ष भी मिलने हैं, बथेरा कुछ सच दे मार्ग ते चलण च जो दुनियावी औखना आनी है वो भी आनी है। पर कहंदे राहां तां टुटे ने, अगर नहीं जांदा तां फिर नेह टुटदा। कहंदे भिजो सज्जो कंबली अल्लो वरसो मेह, चाहे मिला तिना सज्जणा टुटो नाही ने। असीम प्यार दे दोष श्लोक हन, नाल नाल हन। बड़ा क्लियर कर दिता है कि उस मार्ग ते अगर प्यार है तो फिर बहुत चीज़ों सानू सैक्रीफाइस, दुनियावी चीज़ों सैक्रीफाइस करके ही अगे बढ़ना पेगा। वो वाले सानू सारे दुनियावी डर खत्म करने पैने हैं, तां ही परमात्मा का प्रेम साडा उजागर होएगा, जिन्हों असी अपने जीवन विच लैके जाना है। सो हुण निर्मल भाव तू असी अगे चलते हाँ, अनब्लैमिश्ड फीयर तू निर्भव वल। असी फीयर तू एलिमिनेट वर्ल्डली फीयर, फिर निर्मल भाव नू समझण दी कोशिश की, और हुण निर्भव दी अवस्था तक ऑल फीयर्स गॉन। हुण साडा सिक्के दे पिछले पासा मुड़ के दिखदा ही नहीं सानू। सिक्के दे दूसरे पासे निर्मल भाव होना है पर वो सानू नहीं कदी दिखेगा। कहंदे ए किने ही चाकरी जित भाव खसम न जाए। What sort of service is this by which the fear of the Lord Master does not depart? कि मैं परमात्मा तो क्यों डरिया होया? हुण ते मेरी चाकरी दा ओ लैवल हो जाना चाहिए। हुण ते मैं परमात्मा दे घर दा बंदा हो चुका। कई बार चाकर जिहड़े ने ना आहिस्ता आहिस्ता घर दे बंदे ही हो जाते हैं, और फिर उन्होंने डर नहीं, वो परमात्मा घर दे कई डिसीजन चाकर भी लैन लग जाते हैं। उन्होंने पता है कि साडे मालक ने यही करना, तो मालक नूं भी समझते हैं, मालक उन्होंने समझदा है, तो उन्होंने कोल एम्पावरमेंट आ जाती है, फिर उन्होंने करन च डर नहीं लगता। सो इत्थे गुरु साहब उस अवस्था की गल कर रहे हैं कि यह किहड़ी चाकरी हुई जिथे कदी भी खसम का भाव ही नहीं जा रहा। पहला तो चलो परमात्मा के डर नाल करते सी, हुण कहदा हुण ते परमात्मा नाल सांठ गांठ हो गई, प्यार हो गया, दोस्ती हो गई, तो वो चाकरी तो अगे निकल जाओ। हुण कहंदे गुर कै भै केते निस्तरे भै विच निर्भव पाए। कहंदे गुरु दे जो भै सी वो हुण पिछे जांदा जा रहा। कितने अगों निस्तारे हो गए उतों दी अगों रस्ते चों, दे आर सेव्ड फ्रॉम इट एंड इन दिस फियर फाइंड द फियरलैस लॉर्ड। हुण वो फियरलैस लॉर्ड तक पहुंच गए हैं, और उत्थे तक तां ही पहुंच सकते हैं जदों असीं पूरी तरह नाल फियरलैस होईए। सो ये लास्ट स्टेज है। आई थिंक जे असीं दुनियावी डरां तो ही अपने आप नूं बचा के निर्भव भाव वाली अवस्था चले जाइए, वो भी एक बहुत वड्डी गल है। सो जर्नी टू फियरलैसनेस स्टार्ट्स विद फियर।
ਉਸ ਤੋਂ ਬਾਅਦ ਨਿਰਮਲ ਭਾਉ। ਅਗਰ ਇਸ ਅਵਸਥਾ 'ਚ ਵੀ ਆ ਜਾਈਏ ਤੇ ਸਾਡਾ ਬਹੁਤ ਜੀਵਨ ਸਫਲ ਹੋ ਸਕਦਾ ਹੈ। ਔਰ ਜੋ ਵਿਰਲੇ ਹੈ ਕੋਈ ਜਿਹੜੇ ਬਿਲਕੁਲ ਨਿਰਭਉ ਔਰ ਫੀਅਰਲੈਸ ਹੋ ਕੇ ਪਰਮਾਤਮਾ ਦੀ ਗੋਦ ਵਿੱਚ ਹੁੰਦੇ। ਸੋ ਇਹ ਉਹ ਰੱਬੀ ਗੁਣ ਹੈ ਜੋ ਸਾਨੂੰ ਸਾਡੇ ਜੀਵਨ ਨੂੰ ਬਹੁਤ ਜ਼ਿਆਦਾ ਅਫੈਕਟ ਕਰਦਾ, ਸਾਡੀ ਸਾਈਕੋਲੋਜੀ ਨੂੰ ਬੜਾ ਅਫੈਕਟ ਕਰਦਾ, ਸਾਡੇ ਦਿਨ ਦੇ ਸਾਰੇ ਕਰਮਾਂ ਨੂੰ, ਆਚਾਰ ਵਿਵਹਾਰ ਨੂੰ, ਸਾਡੀ ਸੋਚਣੀ ਨੂੰ ਬਹੁਤ ਹੀ ਗਹਿਰੇ ਤਲ ਤੱਕ ਜਾ ਕੇ ਪ੍ਰਭਾਵਿਤ ਕਰਦਾ। ਔਰ ਇਹਨੂੰ ਅਸੀਂ ਸਮਝਣਾ ਹੈ ਕਿ ਅਸੀਂ ਜ਼ਿੰਦਗੀ ਦੇ ਫੀਅਰਸ ਨੂੰ, ਵਰਲਡਲੀ ਫੀਅਰਸ ਨੂੰ ਕਿੰਨਾ ਕੁਝ ਖਤਮ ਕਰ ਸਕਦੇ ਹਾਂ। जितना खत्म करते जाएंगे उतना ही निर्मल भाव जागता जाएगा, उतना ही परमात्मा लिए। और ये होएगा सिर्फ नाम दे नाल, ताकि असी कोई परमात्मा की बख्शिश होए तो असी फाइनली निर्भव अवस्था विच भी जा सकिए। सो भुल चुक दी खिमा, विचार प्रकट करन विच कई त्रुटियां होईयां होणगियां, तो असी खिमा मंगदे हां जी। वाहिगुरु जी का खालसा, खालसा वाहिगुरु वाहिगुरु जी जी की की